ਮੈਂ ਮਨਵੀਰ ਕੌਰ ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਸਵਾਗਤ ਕਰਦੀ ਹਾਂ। ਹਰ ਵੀਕਐਂਡ ਦਾ ਖਾਸ ਪ੍ਰੋਗਰਾਮ ਰਣਜੀਤ ਸਿੰਘ ਕੁੱਕੀ ਗਿੱਲ ਜੀ ਦੇ ਨਾਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਦੋ ਪ੍ਰਮੁੱਖ ਮਸਲੇ ਨੇ ਜਿਨ੍ਹਾਂ ਤੇ ਗੱਲ ਕਰਨੀ ਬਣਦੀ ਅੱਜ ਦੇ ਸਮੇਂ ਦੇ ਵਿੱਚ, ਇੱਕ ਤਾਂ ਹੈ USA ਔਰ ਇੰਡੀਆ ਦੇ ਰਿਸ਼ਤਿਆਂ ਦੇ ਵਿੱਚ ਇੱਕ ਨਵੀਂ ਗਹਿਰਾਈ ਨਜ਼ਰ ਆ ਰਹੀ ਹੈ, ਲੌਂਗ ਟਰਮ ਗੋਲਸ ਨਜ਼ਰ ਆ ਰਹੇ ਨੇ ਔਰ ਇਹਦਾ ਮੰਤਵ ਕੀ ਹੈ, ਇਹਦੇ ਚੋਂ ਕੀ ਨਿਕਲੇਗਾ ਔਰ ਇਹਦੇ ਵਿੱਚ ਕੀ ਹੈ ਜੋ ਇਸ ਸਮੇਂ ਸਾਡਾ ਮੀਡੀਆ, ਸਾਡੇ ਜਿਹੜੇ ਸਰਕਾਰੀ ਤੰਤਰ ਆ ਉਹ ਪ੍ਰਮੁੱਖਤਾ ਦੇ ਨਾਲ ਲੋਕਾਂ ਅੱਗੇ ਨਹੀਂ ਰੱਖ ਰਿਹਾ। ਡੈਮੋਕ੍ਰੇਸੀ ਦੇ ਉੱਤੇ ਇੱਕ ਨਵੀਂ ਡਿਬੇਟ ਜਿਹੜੀ ਆ ਸ਼ੁਰੂ ਹੋਈ ਹੈ। ਬਾਰਕ ਓਬਾਮਾ ਦਾ ਇੱਕ ਇੰਟਰਵਿਊ ਆਉਂਦਾ ਜਿਹਦੇ ਵਿੱਚ ਉਹ ਇੰਡੀਆ ਦੇ ਵਿੱਚ ਇੱਕ ਮਾਈਨੋਰਿਟੀ, ਰਿਲੀਜੀਅਸ ਮਾਈਨੋਰਿਟੀ, ਮੁਸਲਿਮਸ ਐਂਡ ਅਦਰ ਐਥਨਿਕ ਮਾਈਨੋਰਿਟੀਜ਼ ਦੀ ਗੱਲ ਕਰਦੇ ਨੇ ਔਰ ਕਿਤੇ ਨਾ ਕਿਤੇ ਐਂਟੀ ਡੈਮੋਕ੍ਰੈਟਿਕ ਦਿਖਾਉਂਦੇ ਨੇ ਇੰਡੀਆ ਦੀ ਮੌਜੂਦਾ ਲੀਡਰਸ਼ਿਪ ਨੂੰ, ਉਹੀ ਲੀਡਰਸ਼ਿਪ ਜਿਸ ਨੂੰ ਅਮਰੀਕਾ ਦਾ ਪ੍ਰੈਜ਼ੀਡੈਂਟ ਬਹੁਤ ਹੀ ਮਾਣ ਸਤਿਕਾਰ ਦੇ ਨਾਲ, ਸ਼ਾਨੋ ਸ਼ੌਕਤ ਦੇ ਨਾਲ, ਬਹੁਤ ਹੀ ਗਲੈਮਰਾਈਜ਼ ਕਰਕੇ ਉਹਨਾਂ ਨੂੰ ਉੱਥੇ ਸਪੇਸ ਅਮਰੀਕਾ ਦੇ ਵਿੱਚ ਦੇ ਰਿਹਾ ਔਰ ਇੱਕ ਨਵਾਂ ਰਿਸ਼ਤਾ ਇੰਡੀਆ ਅਮਰੀਕਾ ਦਾ ਚੱਲ ਰਿਹਾ ਹੈ। ਦੂਸਰਾ ਮਸਲਾ ਹੈ ਪੰਜਾਬ ਸਰਕਾਰ ਨੇ ਸਪੈਸ਼ਲ ਸੈਸ਼ਨ ਸਦਕੇ ਵਿਧਾਨ ਸਭਾ ਦਾ ਬੈਕ ਟੂ ਬੈਕ ਐਦਾਂ ਦੇ ਬਿੱਲ ਪਾਸ ਕੀਤੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਬਹੁਤ ਹੀ ਇੱਕ ਤਰ੍ਹਾਂ ਦੇ ਨਾਲ ਸਟੇਟ ਦੀ ਆਟੋਨੋਮੀ ਦੀ ਗੱਲ ਤਾਂ ਕਰਦੇ ਹੀ ਨੇ, ਪਰ ਉਹ ਕੰਟਰੋਵਰਸ਼ੀਅਲ ਵੀ ਨੇ, ਉਹ ਕਨਫਰੰਟੇਸ਼ਨਲ ਵੀ ਨੇ, ਇੱਕ ਤਰ੍ਹਾਂ ਦੇ ਨਾਲ ਸਰਕਾਰ ਨੂੰ ਕੇਂਦਰ ਦੇ ਨਾਲ ਝਗੜੇ ਦੇ ਵਿੱਚ ਖੜਾ ਕਰਦੇ ਨੇ ਔਰ ਨਾਲ ਹੀ ਧਾਰਮਿਕ ਸੰਸਥਾ SGPC ਦੇ ਨਾਲ ਵੀ ਕਨਫਰੰਟੇਸ਼ਨ ਖੜੀ ਕਰਦੇ ਨੇ। ਮੈਂ ਰਣਜੀਤ ਸਿੰਘ ਕੁੱਕੀ ਗਿੱਲ ਜੀ ਨੂੰ ਸ਼ਾਮਿਲ ਕਰਦੇ ਹੋਏ ਉਹਨਾਂ ਨੂੰ ਸਭ ਤੋਂ ਪਹਿਲਾਂ, ਉਹਨਾਂ ਦਾ ਬਰਥਡੇ ਸੀ 2 ਦਿਨ ਪਹਿਲਾਂ, ਉਹਦੀਆਂ ਸ਼ੁਭ ਕਾਮਨਾਵਾਂ ਦਿੰਦੀਆਂ। ਸਰ ਬੀਲੇਟਡ ਹੈਪੀ ਬਰਥਡੇ ਮੇਰੇ ਵੱਲੋਂ ਔਰ ਪੂਰੀ ਆਡੀਅנס ਵੱਲੋਂ। ਸਰ ਥੈਂਕ ਯੂ ਸੋ ਮਚ ਮਨਵੀਰ। ਮੈਂ ਨਾ 2 ਦਿਨ ਤੋਂ ਬਹੁਤੇ ਜਵਾਬ ਦੇ ਨਹੀਂ ਸਕਿਆ। ਆਈ ਗੋਟ ਨਿਊਮਰਸ ਵਿਸ਼ੇਸ ਫਰੋਮ ਹੰਡਰਡਸ ਆਫ ਪੀਪਲ। ਮੈਂ ਕਲੈਕਟਿਵਲੀ ਸਾਰਿਆਂ ਨੂੰ ਆਪਣੇ ਵੱਲੋਂ ਥੈਂਕ ਯੂ ਕਹਿਣਾ ਚਾਹੁੰਦਾ। ਐਂਡ ਯੂਰ ਵਿਸ਼ੇਸ ਡੂ ਮੀਨ ਅ ਲੋਟ ਟੂ ਮੀ। ਤੁਹਾਡੀਆਂ ਮੇਰੇ ਪ੍ਰਤੀ ਜਿੰਨੀਆਂ ਵੀ ਸ਼ੁਭ ਕਾਮਨਾਵਾਂ ਆਈਆਂ ਨੇ ਉਹ ਮੈਨੂੰ ਉਹਦੇ ਨਾਲ ਤੁਹਾਡਾ ਵੱਲੋਂ ਮਿਲਿਆ ਤੇ ਪਿਆਰ ਮੇਰੀ ਹੋਰ ਵੀ ਜਿਹੜੀ ਮੈਂ ਸੋਚ ਲੱਗਿਆ ਹੋਇਆ ਪੰਜਾਬ ਲਈ ਉਹਨੂੰ ਹੋਰ ਵੀ ਇਹ ਕੋਸ਼ਿਸ਼ ਵਧਾਉਂਦੀਆਂ ਨੇ ਕਿ ਮੈਂ ਆਪਣੇ ਰਾਹ 'ਤੇ ਲੱਗਿਆ ਰਹਾਂ। ਇਸ ਕਰਕੇ ਮੈਂ ਥੈਂਕਸ ਕਰਦਾ। ਵੈਸੇ ਹਰ ਇੱਕ ਬਰਥਡੇ ਜਿਹੜਾ ਹੁੰਦਾ ਉਹਦੇ ਬਾਰੇ ਮੈਂ ਜਦੋਂ ਜੇਲ੍ਹ 'ਚ ਸੀਗਾ ਤਿਉਹਾਰ 'ਤੇ ਮੈਂ ਥੋੜ੍ਹਾ ਜਿਹਾ 2 ਲਾਈਨਾਂ ਲਿਖੀਆਂ ਸੀਗੀਆਂ। ਐਵਰੀ ਬਰਥਡੇ ਜਿਹੜਾ ਹੁੰਦਾ ਨਾ ਉਹ ਨਵੇਂ ਰਾਹ ਖੋਲ੍ਹਦਾ ਹੈਗਾ। ਪਿਛਲੇ ਰਾਹ ਬੰਦ ਹੁੰਦੇ ਨੇ, ਪਰ ਇਹ ਨਹੀਂ ਕਿ ਪਿਛਲੇ ਰਾਹਾਂ ਨੂੰ ਤੁਸੀਂ ਯਾਦ ਨਹੀਂ ਰੱਖਦੇ, ਪਰ ਉਹਨਾਂ ਪਿਛਲੇ ਦਰਵਾਜ਼ਿਆਂ ਤੋਂ ਜੋ ਤੁਸੀਂ ਐਕਸਪੀਰੀਅੰਸ ਅਤੇ ਏਜ ਗੇਨ ਕਰਦੇ ਆ, ਇਹਦੇ ਨਾਲ ਤੁਹਾਡੇ ਆਉਣ ਵਾਲਾ ਜਿਹੜਾ ਨਵਾਂ ਦਰਵਾਜ਼ਾ ਜਿਹਨੂੰ ਤੁਸੀਂ ਖੋਲ੍ਹ ਰਹੇ ਹੋ ਉਹਨੂੰ ਹੋਰ ਸੁਹਿਰਦ ਅਤੇ ਹੋਰ ਉਹਦੇ ਦੇ ਵਿੱਚ ਐਕਸਪੀਰੀਅੰਸ ਐਡ ਕਰਦਾ ਹੈਗਾ। ਦੈਟਸ ਵਾਟ ਬਰਥਡੇ ਸਟੈਂਡਸ ਫॉर, ਬਿਕੋਜ਼ ਇਟ ਓਪਨਸ ਏ ਨਿਊ ਡੋਰ ਆਫਟਰ ਯੂ ਕਮ ਟੂ ਏ ਨਿਊ ਈਅਰ ਆਫ ਹੈਪੀਨੈਸ ਐਂਡ ਜੋਏ। ਹਰ ਇੱਕ ਦਾ ਇਹੀ 3 ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ, ਲਾਈਫ, ਲਿਬਰਟੀ ਐਂਡ ਪਰਸਿਊਟ ਆਫ ਹੈਪੀਨੈਸ, ਜਿਹਦੇ ਆਲੇ ਦੁਆਲੇ ਆਪਣੇ ਸਾਰਿਆਂ ਦੀ ਲਾਈਫ ਘੁੰਮਦੀ ਹੈਗੀ ਆ। ਇਹ 3 ਜਿਹੜੀਆਂ ਚੀਜ਼ਾਂ ਨੇ ਇਹ ਅਮਰੀਕਾ ਦੇ ਵਿੱਚ ਮੈਂ ਸਿੱਖੀਆਂ ਨੇ ਕਿ ਇਹਨਾਂ ਦਾ ਐਡਾ ਵੱਡਾ ਮੀਨਿੰਗ ਕਿਉਂ ਹੈਗਾ, ਕਿਉਂ ਲਾਈਫ ਇੰਪੋਰਟੈਂਟ ਆ, ਕਿਉਂ ਲਿਬਰਟੀ ਇੰਪੋਰਟੈਂਟ ਆ, ਅਤੇ ਅਲਟੀਮੇਟ ਸਾਡਾ ਸਾਰਿਆਂ ਦਾ ਗੋਲ ਇਹੀ ਹੁੰਦਾ ਕਿ ਪਰਸਿਊਟ ਆਫ ਹੈਪੀਨੈਸ। ਜੀ ਸਰ, ਥੈਂਕ ਯੂ ਫॉर ਸ਼ੇਅਰਿੰਗ। ਤੁਸੀਂ ਆਪਣੀ ਇਹ ਜੇਲ੍ਹ ਦੇ ਵਿੱਚ ਲਿਖਿਆ ਸੀਗਾ, ਬਹੁਤ ਖੂਬਸੂਰਤ ਇਹ ਤੁਹਾਡਾ ਹੈ ਕਿ ਹਰ ਬਰਥਡੇ ਜਿਹੜਾ ਨਵੀਂ ਉਮੀਦ ਦਿੰਦਾ। ਮੈਂ ਤੁਹਾਡੇ ਵੱਲ ਸਵਾਲ ਲੈ ਕੇ ਆ ਰਹੀ ਹਾਂ ਕਿ ਇੱਕ ਹਿਸਟੋਰਿਕ ਮੂਵਮੈਂਟ ਹੈ ਆਪਣੇ ਸਾਹਮਣੇ ਕਿ ਅਮਰੀਕਾ ਔਰ ਇੰਡੀਆ ਦੇ ਰਿਲੇਸ਼ਨਸ਼ਿਪਸ ਦੀ ਡੂੰਘਾਈ ਜਿਹੜੀ ਹੈ ਉਹ ਵੱਧ ਰਹੀ ਹੈ। ਇਹ ਡੂੰਘਾਈ ਵਧੀ ਹੈ, ਲੌਂਗ ਟਰਮ ਗੋਲ ਸੈੱਟ ਹੋਏ ਨੇ। ਇੱਕ ਤਰ੍ਹਾਂ ਦੇ ਨਾਲ ਪਾਰਟਨਰ ਦੇ ਵਜੋਂ ਅਮਰੀਕਾ ਇੰਡੀਆ ਨੂੰ ਇਸ ਸਮੇਂ ਦੇਖਦਾ ਪਿਆ ਹੈ। ਪ੍ਰਾਈਮ ਮਿਨਿਸਟਰ ਮੋਦੀ ਦਾ ਜਿਸ ਤਰ੍ਹਾਂ ਦੇ ਨਾਲ ਆਓ ਭਗਤ ਉੱਥੇ ਕੀਤੀ ਗਈ ਹੈ ਸਟੇਟ ਵਿਜ਼ਿਟ ਦੇ ਉੱਤੇ, ਉਹ ਇੱਕ ਆਪਣੇ ਆਪ ਦੇ ਵਿੱਚ ਹੀ ਮੇਰੇ ਹਿਸਾਬ ਨਾਲ ਪ੍ਰਾਈਮ ਮਿਨਿਸਟਰ ਮੋਦੀ ਇਜ਼ ਕੁਆਇਟ ਇਲੇਟਡ ਵਿਦ ਦੈਟ, ਕਿਉਂਕਿ ਉਹਨਾਂ ਨੇ ਮੈਨੂੰ ਲੱਗਦਾ ਜਾਂ ਤਾਂ ਐਕਸਪੈਕਟ ਨਹੀਂ ਕੀਤਾ ਹੋਏਗਾ ਜਾਂ ਉਹਨਾਂ ਨੂੰ ਇੰਨੀ ਕੁ ਮਹਿਮਾਨ ਨਵਾਜ਼ੀ ਤੋਂ ਵਾਕਈ ਖੁਸ਼ੀ ਹੁੰਦੀ ਹੋਏਗੀ। ਸਰ ਉਹਨਾਂ ਦਾ ਜਿਸ ਤਰ੍ਹਾਂ ਦਾ ਉੱਥੇ ਐਟੀਟਿਊਡ ਆ, ਕੁਝ ਕੁ ਟਫ ਸਵਾਲ ਵੀ ਪੁੱਛੇ ਗਏ, ਜ਼ਿਆਦਾ ਮੌਕਾ ਤਾਂ ਉੱਥੇ ਵੀ ਨਹੀਂ ਦਿੱਤਾ ਸਵਾਲ ਪੁੱਛਣ ਦਾ, ਪਰ ਇੱਕ ਡੈਮੋਕ੍ਰੇਸੀ ਦੇ ਉੱਤੇ ਡਿਬੇਟ ਬਹੁਤ ਲੰਬੀ ਚੱਲੀ ਹੈ। ਜੀ ਮੈਂ ਤੁਹਾਡੇ ਵੱਲ ਸਵਾਲ ਲੈ ਕੇ ਆ ਰਹੀ ਹਾਂ ਕਿ ਤੁਸੀਂ ਪੂਰੀ ਇਸ ਵਿਜ਼ਿਟ ਨੂੰ ਕਿਵੇਂ ਦੇਖਦੇ ਹੋ, ਇਹਦਾ ਹਰ ਪੱਖ, ਹਰ ਪਹਿਲੂ ਕਿਵੇਂ ਹੈ, ਥੋੜਾ ਜਿਹਾ ਅਗਰ ਸਾਨੂੰ ਤੁਸੀਂ ਸਮਝਾ ਸਕੋ। ਇਹ ਜਿਹੜਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਹੈਗਾ, ਇਹ 6ਵਾਂ ਗੇੜਾ ਹੈਗਾ US ਦੇ ਵਿੱਚ ਆਫਟਰ ਹੀ ਬਿਕੇਮ ਪ੍ਰਾਈਮ ਮਿਨਿਸਟਰ ਇਨ 2014।
ਪਰ ਇਹ ਪਹਿਲੇ 5 ਜਿਹੜੇ ਸਟੇਟ ਵਿਜ਼ਿਟਸ ਹੋਏ ਨੇ ਉਹਨਾਂ ਨੂੰ ਆਫੀਸ਼ੀਅਲੀ ਸਟੇਟ ਵਿਜ਼ਿਟਸ ਨਹੀਂ ਸੀਗੇ। ਇਹ ਪਹਿਲਾ ਵਿਜ਼ਿਟ ਹੋਇਆ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹਨੂੰ ਕਿ ਇਹਨਾਂ ਨੇ ਫਸਟ ਆਫੀਸ਼ੀਅਲ ਸਟੇਟ ਵਿਜ਼ਿਟ ਵਜੋਂ ਮੰਨਿਆ ਹੈਗਾ, ਤੇ ਇਹਨਾਂ ਨੂੰ ਰੈੱਡ ਕਾਰਪੈਟ ਵੈਲਕਮ ਦਿੱਤੀ ਗਈ ਹੈ। ਤੇ ਇਹਨਾਂ ਦਾ ਜਿਹੜਾ ਪਲੇਨ ਵੀ ਲੈਂਡ ਕੀਤਾ ਉਹ ਐਂਡਰਿਊ 에ਅਰਫੋਰਸ ਬੇਸ ਤੇ ਲੈਂਡ ਕੀਤਾ, ਜਿੱਥੇ US ਦਾ ਪ੍ਰੈਜ਼ੀਡੈਂਟ ਦਾ ਪਲੇਨ ਸਿਰਫ ਲੈਂਡ ਕਰ ਸਕਦਾ, ਜਾਂ ਫਿਰ ਚੰਦ ਜਿਹੜੇ ਉਹਨਾਂ ਦੇ ਐਮੀਨੈਂਟ ਡਿਗਨਟਰੀਜ਼ ਨੇ ਜਿਨ੍ਹਾਂ ਨੂੰ ਸਟੇਟ ਵੱਲੋਂ ਪ੍ਰਮਾਣਿਤ ਸਟੇਟ ਵਿਜ਼ਿਟ ਮੰਨਿਆ ਜਾਂਦਾ, ਉਹਨਾਂ ਦਾ ਪਲੇਨ ਉੱਥੇ ਲੈਂਡ ਕਰਦਾ ਹੈਗਾ। ਸੋ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਪਲੇਨ ਉੱਥੇ ਲੈਂਡ ਕੀਤਾ ਹੈਗਾ। ਪਰ ਇੱਥੋਂ ਵਾਂਗੂ ਆਫੀਸ਼ੀਅਲ ਨਹੀਂ ਹੁੰਦਾ ਕਿ ਤੁਹਾਨੂੰ US ਪ੍ਰੈਜ਼ੀਡੈਂਟ ਰਿਸੀਵ ਕਰਨ ਆ ਰਿਹਾ। ਸਰਟਨ ਆਫੀਸ਼ੀਅਲਸ ਹੁੰਦੇ ਆ ਨਾ, ਜਾਂ ਇਹਨਾਂ ਦੇ ਇੰਡੀਅਨ ਅੰਬੈਸਡਰ ਤੇ ਹੋਰ ਆਫੀਸ਼ੀਅਲਸ ਹੁੰਦੇ ਨੇ। ਉੱਥੇ ਮੈਂ ਨਹੀਂ ਕਦੀ ਵੀ ਦੇਖਿਆ, ਜਿੰਨਾ ਚਿਰ ਮੈਂ ਅਮਰੀਕਾ 'ਚ ਵੀ ਰਿਹਾ, ਕਿ ਆਪ US ਪ੍ਰੈਜ਼ੀਡੈਂਟ ਕਿਸੇ ਡਿਗਨਟਰੀ ਨੂੰ ਰਿਸੀਵ ਕਰ ਰਿਹਾ ਹੋਵੇ ਫਰੋਮ ਦਾ ਪਲੇਨ, ਜਿਵੇਂ ਕਿ ਆਪਣੇ ਇੱਥੇ ਪ੍ਰਚਲਿਤ ਹੈਗਾ ਇੰਡੀਆ ਦੇ ਵਿੱਚ। ਜਿਹੜਾ ਇਹ ਵਿਜ਼ਿਟ ਹੈਗਾ ਇਹਦੀਆਂ ਸੈਵਰਲ ਮੀਨਿੰਗਸ ਹੈਗੀਆਂ ਨੇ। ਇੱਕ ਤਾਂ ਇਹ ਆ ਕਿ ਅੱਜ ਦੀ ਦੁਨੀਆ ਵਿੱਚ ਜਿਹੜਾ ਅੱਜ ਦਾ ਭਾਰਤ ਅੰਡਰ ਦੀ ਕਮਾਂਡ ਆਫ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਇਹ ਦੁਨੀਆ ਦਾ ਸਭ ਨਾਲੋਂ ਵੱਡਾ ਆਰਮਸ ਦਾ ਇੰਪੋਰਟਰ ਹੈ। ਜਿੰਨੀਆਂ ਵੀ ਡਿਫੈਂਸ ਦੀਆਂ ਇੰਪੋਰਟਸ ਹੋਈਆਂ ਨੇ ਐਸ ਮੁਕਾਬਲੇ ਤੇ ਦੂਜੇ ਮੁਲਕਾਂ ਦੇ ਨਾਲ, ਇੰਡੀਆ ਨੰਬਰ 1 ਸਟੈਂਡ ਕਰਦਾ। ਇਹਨਾਂ ਨੇ ਬਿਲੀਅਨਸ ਆਫ ਡਾਲਰਸ ਜਿਹੜੇ ਹੈਗੇ ਆ ਡਿਫੈਂਸ ਡੀਲਸ ਤੇ ਲਾਏ ਨੇ, ਚਾਹੇ ਉਹ ਫਰਾਂਸ ਤੋਂ ਲਈ ਆ, ਚਾਹੇ ਯੂਰਪੀਅਨ ਯੂਨੀਅਨ ਦੇ ਮੁਲਕਾਂ ਤੋਂ ਲਈ ਆ, ਚਾਹੇ ਰਸ਼ੀਆ ਤੋਂ ਲਈ ਆ। ਪਰ ਬਹੁਤਾ ਜ਼ਿਆਦਾ ਆਰਮਸ ਦੀ ਇਹਨਾਂ ਨੂੰ ਹੁਣ ਜਿਹੜੀ ਲੇਟੈਸਟ ਹੈਗੀ ਉਹ ਅਮਰੀਕਾ ਤੋਂ ਸਪਲਾਈ ਹੋ ਰਹੀ ਹੈਗੀ, ਕਿਉਂਕਿ ਅਮਰੀਕਾ ਦੇ ਲਈ ਹੁਣ ਇੱਕ ਸਟ੍ਰੈਟੇਜਿਕ ਇੰਪੋਰਟੈਂਸ ਹੈਗੀ ਆ। ਪਹਿਲੀ ਵਾਰ ਹੋਇਆ ਕਿ ਹੁਣ ਅਮਰੀਕਾ ਦੇਖ ਰਿਹਾ ਭਾਰਤ ਨੂੰ ਐਜ਼ ਅ ਸਟ੍ਰੈਟੇਜਿਕ ਐਲਾਈ, ਕਿਉਂਕਿ ਹੁਣ ਜਿਹੜੀਆਂ ਅਮਰਜ ਹੋ ਰਹੀਆਂ ਨੇ ਜੀਓ ਪੋਲੀਟੀਕਲ ਥ੍ਰੈਟਸ, ਖਾਸ ਕਰਕੇ ਆਫਟਰ ਦਾ ਰਸ਼ੀਅਨ ਯੂਕਰੇਨ ਵਾਰ, ਤੇ ਜਿਸ ਤਰ੍ਹਾਂ ਰਸ਼ੀਆ ਨੂੰ ਘੇਰਿਆ ਜਾ ਰਿਹਾ ਯੂਰਪ ਵੱਲੋਂ ਸਾਰੇ ਪਾਸਿਆਂ ਤੋਂ, ਤੇ ਉਸ ਦੇ ਬਾਵਜੂਦ ਇੰਡੀਆ ਨੇ ਹਜੇ ਤੱਕ ਵੀ ਕੋਈ ਸਟੈਂਡ ਨਹੀਂ ਲਿਆ ਕਿ ਉਹ ਯੂਕਰੇਨ ਨਾਲ ਖੜੇ ਆ ਜਾਂ ਰਸ਼ੀਆ ਨਾਲ ਖੜੇ। ਉਹਨਾਂ ਦੀ ਬੜੀ ਸਾਇਲੈਂਟ ਅਪਰੋਚ ਰਹੀ ਹੈ, ਜਿਹੜੀ ਕਿ ਬੜੀ ਵਾਰ ਯੂਰਪੀਅਨ ਯੂਨੀਅਨ ਦੇ ਵੱਲੋਂ ਵੀ ਇਹਦੇ ਤੇ ਕੁਐਸਚਨ ਲੱਗਿਆ ਹੈਗਾ, ਸਾਈਮਲਟੇਨੀਅਸਲੀ ਅਮਰੀਕਾ ਤੋਂ ਵੀ ਕੁਐਸਚਨ ਲੱਗਿਆ ਹੈਗਾ। ਜੀ, ਅਮਰੀਕਨ ਪ੍ਰੈਜ਼ੀਡੈਂਟ ਦਾ ਕਹਿਣਾ ਆਪਣੇ ਭਾਸ਼ਣ ਦੇ ਵਿੱਚ ਇਹੀ ਸੀਗਾ ਕਿ ਰਸ਼ੀਅਨ ਬਰੂਟੈਲਿਟੀ ਇਨ ਯੂਕਰੇਨ, ਪਰ ਭਾਰਤ ਦੇ ਪ੍ਰਾਈਮ ਮਿਨਿਸਟਰ ਵੱਲੋਂ ਇੱਕ ਵਾਰ ਵੀ ਇਹ ਸ਼ਬਦ ਨਹੀਂ ਵਰਤਿਆ ਗਿਆ, ਨਾ ਹੀ ਉਹ ਇਸ ਨੂੰ ਵਾਰ ਦਾ ਸ਼ਬਦ ਉਹਨਾਂ ਨੇ ਦਿੱਤਾ। ਉਹ ਕਹਿੰਦੇ ਨੇ ਇੱਕ ਛੋਟਾ ਇੱਕ ਜੋ ਕਨਫਲਿਕਟ ਚੱਲ ਰਿਹਾ ਹੈ ਬਿਟਵੀਨ यूक्रेन एंड रशिया में। सो इत्थों ही एटीट्यूड का बहुत बड़ा डिफरेंस। और सर मैं कुछ भी चीज़ फ्री दे विच नहीं मिलती जी किसी भी देश नूं। अगर अमेरिका नाल डील्स होईयां ने तां भारत नूं ओहदा पैसे दे रूप दे विच भुगतान करना पएगा सर। लेकिन होर भी अमेरिका कुछ ना कुछ तां एक्सपैक्ट करदा है कि वो सारियां एक्सपैक्टेशनस भारत मीट कर पाएगा एवें दे दोहरे स्टैंड रख के और सिर्फ डिप्लोमेसी दे नाल। मतलब कि ਇੰਡੀਆ ਆਪ ਬਹੁਤ ਥਾਵਾਂ ਤੋਂ ਨਾਰਥ ਈਸਟਰਨ ਸੈਕਟਰ ਦੇ ਵਿੱਚੋਂ, ਚਾਹੇ ਲਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ, ਇਹਨਾਂ 'ਤੇ ਵੀ ਬੜੀ ਵੱਡੀ ਲੂਮਿੰਗ ਥ੍ਰੈਟ ਹੈਗੀ ਚਾਈਨਾ ਦੇ ਨਾਲ ਐਵਰੀਡੇ ਇਨਕਰਸ਼ਨਸ ਹੋ ਰਹੀਆਂ ਨੇ, ਪਰ ਉਹ ਆਪਣੇ ਮੀਡੀਆ ਦੇ ਵਿੱਚ ਦਰਸਾਈਆਂ ਨਹੀਂ ਜਾ ਰਹੀਆਂ। ਇੰਚ ਬਾਏ ਇੰਚ ਚਾਈਨਾ ਜਿਹੜਾ ਹੈਗਾ ਉਹਦੇ ਕੋਲ ਥਾਊਜ਼ੈਂਡਸ ਆਫ ਮਾਈਲਸ ਦੀ ਜਿਹੜੀ ਟੈਰੀਟਰੀ ਆ ਇੰਡੀਆ ਦੀ, ਉਹਦੇ ਅੰਦਰ ਚਾਈਨਾ ਐਂਟਰ ਕਰ ਚੁੱਕਿਆ ਹੈ। ਉਹਨਾਂ ਨੇ ਕਾਫੀ ਏਰੀਏਸ ਦੇ ਵਿੱਚ ਜਿਹੜੇ ਬਾਰਡਰਿੰਗ ਨੇ, ਜਿਵੇਂ ਕਿ ਸਪੈਸੀਫਿਕਲੀ ਲਦਾਖ ਦਾ ਏਰੀਆ ਹੈਗਾ, ਉੱਥੇ ਉਹਨਾਂ ਨੇ ਆਪਣਾ ਬਹੁਤ ਵੱਡਾ ਪਰਮਾਨੈਂਟ ਸਟਰਕਚਰ ਐਸਟੈਬਲਿਸ਼ ਕੀਤਾ ਹੈਗਾ। ਅਤੇ ਉਹਨਾਂ ਨੇ ਜਦੋਂ ਇੰਡੀਆ ਨੇ ਜੰਮੂ ਐਂਡ ਕਸ਼ਮੀਰ ਦੀ ਸਟੇਟਹੁੱਡ ਨੂੰ ਤੋੜਿਆ ਸੀ ਅਤੇ ਉਹਨੂੰ ਯੂਨੀਅਨ ਟੈਰੀਟਰੀਜ਼ ਦੇ ਵਿੱਚ ਕਨਵਰਟ ਕੀਤਾ ਸੀ, ਉਹਦੇ 'ਚ ਲਦਾਖ ਨੂੰ ਵੀ ਯੂਨੀਅਨ ਟੈਰੀਟਰੀ ਦਾ ਦਰਜਾ ਦਿੱਤਾ ਗਿਆ ਸੀ, ਜਿਹੜਾ ਕਿ ਪਹਿਲੇ ਜੰਮੂ ਐਂਡ ਕਸ਼ਮੀਰ ਦਾ ਸਟੇਟ ਦਾ ਹਿੱਸਾ ਸੀ। ਉਸ ਨੂੰ ਬਹੁਤ ਇਹਨਾਂ ਨੇ ਵੋਸੀਫੋਰਸਲੀ ਚਾਈਨਾ ਨੇ ਉਹਦਾ ਵਿਰੋਧ ਕੀਤਾ ਸੀ। ਇਵਨ ਯੂਨਾਈਟਿਡ ਨੇਸ਼ਨਸ ਵੀ ਉਹਨਾਂ ਨੇ ਇੰਡੀਆ ਦੇ ਖਿਲਾਫ ਇਸ 'ਤੇ ਸਟੈਂਡ ਲਿਆ ਸੀ, ਐਂਡ ਦੇ ਸਾਈਡਡ ਵਿਦ ਪਾਕਿਸਤਾਨ। ਹੁਣ ਵੀ ਚਾਈਨਾ ਜਿਵੇਂ ਹੈਗਾ, ਚਾਈਨਾ ਵੈਸਟ ਪੰਜਾਬ ਦੇ ਵਿੱਚ ਬਹੁਤ ਵੱਡਾ ਨਿਊਕਲੀਅਰ ਪਲਾਂਟ ਲਾ ਰਿਹਾ ਪਾਕਿਸਤਾਨ 'ਚ। ਉਹ ਵੈਸੇ ਤਾਂ ਇਹਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈਗਾ ਕਿ ਇਹ ਸਿਰਫ ਨਿਊਕਲੀਅਰ ਐਨਰਜੀ ਫॉर ਪੀਸਫੁਲ ਮੀਨਸ ਲੈਣਾ ਹੈਗਾ, ਪਰ ਮੇਰਾ ਖਿਆਲ ਉਹਦੀ ਬਹੁਤ ਸਟ੍ਰੈਟਜਿਕ ਇੰਪੋਰਟੈਂਸ ਆ ਵੀ ਪੰਜਾਬ ਹੀ ਕਿਉਂ ਚੁਣਿਆ ਗਿਆ, ਵੈਸਟਰਨ ਪੰਜਾਬ। ਇਸ ਲਈ ਇਹ ਹੈਗਾ ਕਿ ਹੁਣ ਉਹਨਾਂ ਦਾ ਘੇਰਾ ਜਿਹੜਾ ਹੈਗਾ ਉਹ ਦੂਸਰੇ ਪਾਸੇ ਵੈਸਟਰਨ ਸਾਈਡ ਤੋਂ ਵੀ ਵਧੂਗਾ। ਇਸੇ ਤਰ੍ਹਾਂ ਸਾਊਥ ਚਾਈਨਾ ਸੀ ਦੇ ਵਿੱਚ ਵੀ ਜਿਹੜਾ ਹੈਗਾ ਸਿਨੈਰੀਓਸ ਡਿਵੈਲਪ ਹੋ ਰਹੇ ਨੇ, ਕਿਉਂਕਿ ਸਾਊਥ ਚਾਈਨਾ ਨੂੰ
ਜਿਹੜਾ ਸਾਊਥ ਸਦਰਨ ਸੀ ਹੈਗਾ ਇੰਡੀਅਨ ਓਸ਼ਨ ਦਾ ਹਿੱਸਾ, ਉਹਦੇ ਤੇ ਚਾਈਨਾ ਆਪਣਾ ਅਧਿਕਾਰ ਸਮਝਦਾ ਹੈਗਾ, ਤੇ ਸਾਊਥ ਚਾਈਨਾ ਸੀ ਦੇ ਵਿੱਚ ਇੱਕ ਆਈਲੈਂਡ ਵੀ ਡਿਵੈਲਪ ਕਰ ਰਿਹਾ ਹੈਗਾ, ਜਿੱਥੇ ਕਿ ਇਹਨਾਂ ਦੀਆਂ ਉਹ ਬਣ ਰਹੀਆਂ ਨੇ ਏਅਰ ਸਟ੍ਰਿਪਸ, ਜਿੱਥੇ ਇਹਨਾਂ ਦੇ ਹਵਾਈ ਮਤਲਬ ਕਿ ਜਹਾਜ਼ ਹੈਗੇ ਉਹ ਲੈਂਡ ਕਰ ਸਕਦੇ, ਜਿਹਦਾ ਕਿ ਅਮਰੀਕਾ ਬਹੁਤ ਵਿਰੋਧ ਕਰ ਰਿਹਾ ਹੈਗਾ। ਪਰ ਚਾਈਨਾ ਦੀ ਜਿਹੜੀ ਹੁਣ ਪਾਲਿਸੀ ਹੈਗੀ ਆ, ਇਹ ਹੈਗੀ ਕਿ ਲੋਨ ਪਾਲਿਸੀ ਹੈਗੀ, ਜਿਸ ਤਰ੍ਹਾਂ ਇਹਨਾਂ ਨੇ ਪਾਕਿਸਤਾਨ ਨੂੰ ਬਿਲੀਅਨਸ ਆਫ ਡਾਲਰ ਦੇ ਲੋਨ ਦਿੱਤੇ ਹੈਗੇ ਆ, ਤੇ ਉਹਨਾਂ ਦੇ ਰਾਹੀਂ ਇਹ ਕੋਰੀਡੋਰ ਬਣਾ ਰਿਹਾ ਬਹੁਤ ਵੱਡਾ, ਜਿਹੜਾ ਕਿ ਜਾ ਕੇ ਬਲੋਚਿਸਤਾਨ 'ਚ ਨਿਕਲਦਾ ਹੈਗਾ। ਉਹਦੇ ਨਾਲ ਇਹ ਹੈਗਾ ਕਿ ਇਹਨਾਂ ਨੂੰ ਡਾਇਰੈਕਟ ਸੀ ਦੀ ਅਸੈਸ ਮਿਲ ਜੂਗੀ ਇਸ ਰੀਜਨ ਦੇ ਵਿੱਚ, ਕਿਉਂਕਿ ਚਾਈਨਾ ਦੀ ਬਹੁਤ ਵੱਡੀ ਇਨਵੈਸਟਮੈਂਟਸ ਨੇ ਅਫਗਾਨਿਸਤਾਨ ਦੇ ਵਿੱਚ ਵੀ, ਜਿਹੜਾ ਕਿ ਅਮਰੀਕਾ ਟੋਲਰੇਟ ਨਹੀਂ ਕਰ ਰਿਹਾ, ਕਿਉਂਕਿ ਹੁਣ ਤੱਕ ਅਫਗਾਨਿਸਤਾਨ ਵਾਰ ਜ਼ੋਨ ਬਣਿਆ ਰਿਹਾ ਹੈ। ਹੁਣ ਪਹਿਲੀ ਵਾਰ ਆ ਵੀ ਉਹਦੇ ਨੈਚੁਰਲ ਰਿਸੋਰਸਿਸ ਨੂੰ ਖੰਗਾਲਿਆ ਜਾ ਰਿਹਾ ਤੇ ਦੇਖਿਆ ਜਾ ਰਿਹਾ ਵੀ ਇੱਥੇ ਕਿੰਨੀ ਕੁ ਜ਼ਿਆਦਾ ਨੈਚੁਰਲ ਰਿਸੋਰਸਿਸ ਦੀ ਵਰਥ ਹੈਗੀ ਆ। ਉਸ 'ਤੇ ਵੀ ਸਾਰਾ ਚਾਈਨੀਜ਼ ਲੋਕੀ ਉੱਥੇ ਰਹਿੰਦੇ ਨੇ, ਉਹ ਸਾਰੀਆਂ ਇਹਨਾਂ ਨੇ ਆਪਣੇ ਏਰੀਏ ਕੰਟਰੋਲ ਕਰਕੇ, ਇਸ ਲਈ ਸਾਰੇ ਪਾਸੋਂ ਚਾਈਨਾ ਜਿਹੜਾ ਉਹਦੀ ਸਟ੍ਰੈਟਜਿਕ ਜਿਹੜੀ ਇੰਪੋਰਟੈਂਸ ਆ ਉਹ ਵੱਧ ਰਹੀ ਹੈ, ਜਿਹਦੇ ਬਾਰੇ ਜਿਹੜੀ ਵੈਸਟਰਨ ਪਾਵਰਸ ਨੇ, ਖਾਸ ਕਰਕੇ ਅਮਰੀਕਾ ਹੈਗਾ, ਕਿਉਂਕਿ ਚਾਈਨਾ ਦਾ ਰਸ਼ੀਆ ਨਾਲ ਵੀ ਭਾਈਵਾਲੀ ਵੱਧ ਰਹੀ ਆ, ਤੇ ਉਹਨਾਂ ਨੇ ਆਰਮਸ ਵੀ ਰਸ਼ੀਆ ਨੂੰ ਆਪਣੀਆਂ ਭੇਜੀਆਂ। ਇਸ ਤਰ੍ਹਾਂ UN ਦੇ ਵਿੱਚ ਵੀ ਲਗਾਤਾਰ ਚਾਈਨਾ ਜਿਹੜਾ ਹੈਗਾ ਉਹ ਰਸ਼ੀਆ ਦੀ ਸਾਈਡ ਤੇ ਖੜਾ ਹੈਗਾ। ਤੇ ਹੁਣ ਇਹਨਾਂ ਦਾ ਸਟੇਟ ਜਿਹੜਾ ਵਿਜ਼ਿਟ ਹੋਇਆ ਸੀਗਾ ਸੈਕਟਰੀ ਆਫ ਸਟੇਟ ਦਾ ਐਂਥਨੀ ਬਲਿੰਕਨ ਦਾ, ਉਹਦੇ ਵਿੱਚ ਵੀ ਚਾਈਨਾ ਨੇ ਉਹਨੂੰ ਬੜਾ ਕੋਲਡ ਰਿਸਪੌਂਸ ਦਿੱਤਾ ਹੈਗਾ। ਉਸ ਤੋਂ ਰਾਈਟ ਆਫਟਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਫਰੋਮ 20 ਜੂਨ ਟੂ 24 ਇਹਨਾਂ ਦਾ ਸਟੇਟ ਵਿਜ਼ਿਟ ਰਿਹਾ ਹੈਗਾ। ਤੇ ਇਹ ਵੀ ਹੈਗਾ ਕਿ ਜਿਹੜਾ ਇਹਨਾਂ ਨੂੰ ਆਨਰ ਦਿੱਤਾ ਗਿਆ ਕਿ ਟੂ ਐਡਰੈਸ ਦਾ ਬੋਥ ਹਾਊਸਿਸ ਆਫ ਦਾ ਕਾਂਗਰਸ, ਜਿਹਦੇ ਵਿੱਚ ਵੀ ਸਾਰੀ ਸੈਨਟ ਤੇ ਸਾਰੇ ਇਹਨਾਂ ਦੇ ਕਾਂਗਰਸ ਰੈਪਰੈਜ਼ੈਂਟੇਟਿਵਸ ਉੱਥੇ ਬੈਠੇ ਸੀ, ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਵੀ ਸੀਗੇ। ਉਹ ਵੀ ਬੜਾ ਰੇਅਰ ਕਈਆਂ ਹੁੰਦਾ, ਉਹ ਬੜੇ ਘੱਟ ਜਿਹੜੇ ਹੁੰਦੇ ਆ ਸਟੇਟ ਦੇ ਜਿਹੜੇ ਡਿਗਨਿਟਰੀਸ ਆ ਜਾਂ ਪ੍ਰੈਜ਼ੀਡੈਂਟਸ ਆ ਜਾਂ ਪ੍ਰਾਈਮ ਮਿਨਿਸਟਰਸ ਆ, ਉਹਨਾਂ ਨੂੰ ਇਹ ਮੌਕਾ ਦਿੱਤਾ ਜਾਂਦਾ। ਇਸ ਤੋਂ ਪਹਿਲੇ ਇਸ ਤਰ੍ਹਾਂ ਵਿੰਸਟਨ ਚਰਚਿਲ ਨੂੰ ਦਿੱਤਾ ਗਿਆ ਸੀ ਜਦੋਂ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਸੀ, ਤੇ ਐਂ ਨੈਲਸਨ ਮੰਡੇਲਾ ਜਦੋਂ ਪ੍ਰੈਜ਼ੀਡੈਂਟ ਬਣਿਆ ਸਾਊਥ ਅਫਰੀਕਾ ਦਾ। ਪਰ ਨੈਲਸਨ ਮੰਡੇਲਾ ਹੈਡ ਡਿਫਰੈਂਟ ਸਟੇਟਸ, ਉਹ ਇੱਕ ਦੁਨੀਆ ਦੀ ਮੋਰਲ ਅਥਾਰਟੀ ਵਜੋਂ ਉੱਭਰਿਆ ਸੀ, ਕਿਉਂਕਿ ਉਹਨੇ ਆਪਣੀ ਇੱਕ ਟਰਮ ਕਰਕੇ ਚਾਹੁੰਦਾ ਤਾਂ ਸਤਾ ਉਮਰ ਉਹ ਪ੍ਰੈਜ਼ੀਡੈਂਟ ਰਹਿ ਸਕਦਾ ਸੀ ਸਾਊਥ ਅਫਰੀਕਾ ਦਾ, ਪਰ ਉਹਨੇ ਇੱਕ ਟਰਮ ਪੂਰੀ ਕਰਕੇ, ਜਿਸ ਤਰ੍ਹਾਂ ਜਾਰਜ ਵਾਸ਼ਿੰਗਟਨ ਜਿਹੜਾ ਕਿ ਫਾਊਂਡਰਸ ਹੈਗੇ ਆ ਅਮਰੀਕਾ ਦੇ, ਉਹਨਾਂ ਨੇ ਇੱਕ ਟਰਮ ਤੋਂ ਬਾਅਦ ਆਪਣੇ ਆਪ ਨੂੰ ਸਟੈਪ ਡਾਊਨ ਕਰਤਾ ਸੀ। ਉਸ ਤੋਂ ਬਾਅਦ ਜਦੋਂ ਇਰਾਕ ਵਾਰ ਵੀ ਹੋਈ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਇਸ਼ੂਜ਼ ਉੱਠੇ ਨੇ, ਭਾਵੇਂ ਨੈਲਸਨ ਮੰਡੇਲਾ ਉਦੋਂ ਪ੍ਰੈਜ਼ੀਡੈਂਟ ਨਹੀਂ ਸੀਗਾ ਸਾਊਥ ਅਫਰੀਕਾ ਦਾ, ਪਰ ਉਹਦੀ ਜਿਹੜੀ ਲੋਨ ਵੌਇਸ ਸੀਗੀ ਅਗੇਂਸਟ ਦਾ ਅਮਰੀਕਨ ਜਿਹੜਾ ਸੀ ਸਟੈਪ ਸੀਗੇ ਉਹਨਾਂ ਨੇ ਇਰਾਕ ਵਾਰ ਵਿੱਚ ਚੱਕੇ, ਉਹਦੇ ਖਿਲਾਫ ਉਹਦੀ ਆਵਾਜ਼ ਕਈ ਦਾ ਉਨਾ ਹੀ ਵਜਨ ਸੀਗਾ ਜਿੰਨਾ ਕਿ US ਜਾਂ ਹੋਰ ਸੁਪਰ ਪਾਵਰ ਰਸ਼ੀਆ ਦਾ ਪ੍ਰੈਜ਼ੀਡੈਂਟ ਰੱਖਦਾ ਹੈ। ਉਸ ਤੋਂ ਬਾਅਦ ਜਿਹੜਾ ਆਨਰ ਦਿੱਤਾ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਦਿੱਤਾ। ਕਾਫੀ ਫਰਕ ਹੈ ਦੋਨਾਂ ਦੇ ਕਿਰਦਾਰਾਂ ਦੇ ਵਿੱਚ, ਨੈਲਸਨ ਮੰਡੇਲਾ ਅਤੇ ਨਰਿੰਦਰ ਮੋਦੀ ਜੀ ਦੇ। ਕਈ ਤਰ੍ਹਾਂ ਦੀਆਂ ਗੱਲਾਂ ਡਿਬੇਟਸ ਛਿੜੀਆਂ ਨੇ ਕਿ ਭਾਰਤ ਦੀ ਡੈਮੋਕ੍ਰੇਸੀ ਜਿਹੜੀ ਆ ਉਹ ਡੈਮੋਕ੍ਰੇਸੀ ਫਰੈਂਡਲੀ ਨਹੀਂ ਆ, ਉਹ ਐਂਟੀ ਡੈਮੋਕ੍ਰੈਟਿਕ ਸਟੇਟ ਭਾਰਤ ਇਸ ਸਮੇਂ ਲੱਗ ਰਿਹਾ ਆ। ਔਰ ਇਹਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਭਾਰਤ ਦੇ ਵਿੱਚ 2014 ਤੋਂ ਬਾਅਦ ਇੱਦਾਂ ਦੇ ਬਦਲਾਵ ਆਏ ਨੇ ਕਿ ਮੀਡੀਆ ਵੀ ਕੁਝ ਸ਼ਬਦ ਬੋਲਣ ਤੋਂ ਡਰਦਾ ਹੈ, ਸਰਕਾਰ ਨੂੰ ਕ੍ਰਿਟੀਸਾਈਜ਼ ਕਰਨ ਤੋਂ ਡਰਦਾ ਹੈ। ਜੀ ਪ੍ਰੈਸ ਨੂੰ ਆਜ਼ਾਦੀ ਨਹੀਂ ਹੈ, ਕਿ ਆਪਾਂ ਬਹੁਤ ਵਾਰੀ ਗੱਲ ਇਸ ਚੈਨਲ ਤੇ ਕੀਤੀ ਹੈ, ਚੈਨਲ ਬੰਦ ਕਰ ਦਿੱਤੇ ਜਾਂਦੇ ਨੇ, ਟਵਿੱਟਰ ਹੈਂਡਲ ਬਲੌਕ ਕਰ ਦਿੱਤੇ ਜਾਂਦੇ ਨੇ, ਜੇਲ੍ਹਾਂ 'ਚ ਪਾ ਦਿੱਤਾ ਜਾਂਦਾ, ਮੌਬ ਲਿੰਚਿੰਗ ਵਰਗੀਆਂ ਘਟਨਾਵਾਂ ਆਪਾਂ ਪਹਿਲੀ ਵਾਰ ਇਸ ਮੁਲਕ ਦੇ ਵਿੱਚ ਦੇਖੀਆਂ ਕਿ ਇੱਕ ਗਾਂ ਦੇ ਇੱਕ ਬਲੇਮ ਲਗਾ ਕੇ ਕਿ ਇਹਨੇ ਗਾਂ ਦਾ ਮਾਸ ਜਿਹੜਾ ਕੁੱਕ ਕੀਤਾ, ਬੰਦੇ ਨੂੰ, ਪਰਿਵਾਰ ਨੂੰ ਮਾਰ ਦਿੱਤਾ ਜਾਂਦਾ ਹੈ ਕੁੱਟ-ਕੁੱਟ ਕੇ। ਜੈ ਸ਼੍ਰੀ ਰਾਮ ਦੇ ਨਾਮ ਤੋਂ ਕਿਵੇਂ ਆਤੰਕ ਫੈਲਾਇਆ ਜਾ ਰਿਹਾ, ਕਿਵੇਂ ਡਰ ਬਹਿਲਾਇਆ ਜਾ ਰਿਹਾ, ਇਹ ਆਪਾਂ ਪਹਿਲੀ ਵਾਰ ਇਸ ਮੁਲਕ ਦੇ ਵਿੱਚ ਦੇਖਿਆ। ਸਰ ਇਹ ਫਿਰ ਡੈਮੋਕ੍ਰੇਸੀ ਦੀ ਡਿਬੇਟ, ਔਰ ਅਮਰੀਕਾ ਐਡੀ ਵੱਡੀ ਜਗ੍ਹਾ ਦੇ ਰਿਹਾ ਉਸ ਦੇਸ਼ ਨੂੰ ਜਿੱਥੇ ਡੈਮੋਕ੍ਰੈਟਿਕ ਵੈਲਿਊਜ਼ ਜਿਹੜੀਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਨੂੰ ਫੋਲੋ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੰਡੀਆ ਦੇ ਵਿੱਚ। ਸਰ ਨਹੀਂ, ਇਸੇ ਥਰਸਡੇ ਨੂੰ ਜਿਹੜੇ ਐਕਸ ਪ੍ਰੈਜ਼ੀਡੈਂਟ ਰਹੇ ਅਮਰੀਕਾ ਦੇ, ਉਹ ਵੀ ਕਾਫੀ ਪ੍ਰੋਮੀਨੈਂਟ ਫਿਗਰ ਰਹੀ, ਕਿਉਂਕਿ ਹੀ ਵਾਜ਼ ਦਾ ਫਸਟ ਬਲੈਕ ਪ੍ਰੈਜ਼ੀਡੈਂਟ ਆਫ ਅਮਰੀਕਾ, ਪ੍ਰੈਜ਼ੀਡੈਂਟ ਬਰਾਕ ਓਬਾਮਾ। ਉਹਨਾਂ ਨੇ CNN ਜਿਹੜਾ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਚੈਨਲ ਹੈਗਾ, ਉਹਨਾਂ ਦੀ ਜਿਹੜੀ ਮੇਨ ਜਰਨਲਿਸਟ ਆ ਜਿਹੜਾ ਕਿ ਦੁਨੀਆ 'ਚ ਉਹਨੂੰ ਜਾਣਿਆ ਜਾਂਦਾ, ਕ੍ਰਿਸਟੀਨ ਅਮਾਨਪੋਲ, ਵੈਸੇ ਉਹ
ਇਰਾਨੀਅਨ ਓਰੀਜਨ ਦੀ ਹੈਗੀ ਆ, ਪਰ ਹੁਣ ਲੰਮਾ ਚਿਰ ਤੋਂ ਆਪਣੀ ਵੈਸਟਰਨ ਨੇਸ਼ਨ 'ਚ ਰਹਿ ਰਹੀ ਹੈ। ਮੋਸਟਲੀ ਸ਼ੀ ਇਜ਼ ਅਮਰੀਕਨ ਸਿਟੀਜ਼ਨ ਨਾਓ। ਉਹਦੇ ਨਾਲ ਜਿਹੜੀ ਇੰਟਰਵਿਊ ਦੇ ਵਿੱਚ ਵੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਇਹੀ ਗੱਲ ਇਹ ਉਠਾਈ ਹੈਗੀ ਆ ਕਿ ਨੋ ਡਾਊਟ ਕਿ ਪ੍ਰੈਜ਼ੀਡੈਂਟ ਦੀਆਂ ਬੜੀਆਂ ਰਿਸਪੌਂਸਿਬਿਲਟੀਜ਼ ਹੁੰਦੀਆਂ। ਮੇਰੇ ਵੇਲੇ ਵੀ ਮੈਂ ਇੱਦਾਂ ਦਿਆਂ ਵੀ ਲੀਡਰਸ ਨੂੰ ਮਿਲਦਾ ਰਿਹਾ ਜਿਨ੍ਹਾਂ ਨੂੰ ਮੈਂ ਨਾ ਚਾਹੁੰਦੇ ਹੋਏ ਵੀ ਮੈਨੂੰ ਉਹਨਾਂ ਨੂੰ ਆਪਣਾ ਐਲਾਈਸ ਕਹਿਣਾ ਪੈਂਦਾ, ਭਾਵੇਂ ਕਿ ਉਹਨਾਂ ਦੇ ਜਿਹੜੇ ਰਜੀਮ ਦੇ ਵਿੱਚ ਜਿਸ ਤਰ੍ਹਾਂ ਦੇ ਉਹਨਾਂ ਕੋਲੋਂ ਗਵਰਨੈਂਸ ਦੇ ਢੰਗ ਅਪਣਾਏ ਜਾ ਰਹੇ ਸੀਗੇ ਉਹ ਐਂਟੀ ਡੈਮੋਕ੍ਰੈਟਿਕ ਸੀਗੀ। ਉਹਨਾਂ ਨੇ ਸਪੈਸੀਫਿਕਲੀ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਵੀ ਨਾਂ ਲਿਆ ਕਿ ਇੰਡੀਆ ਦੇ ਵਿੱਚ ਵੀ ਜਿਹੜੀ ਡੈਮੋਕ੍ਰੇਸੀ ਆ ਬਹੁਤ ਅੰਡਰ ਪ੍ਰੈਸ਼ਰ ਹੈਗੀ ਹੈ, ਮੋਸਟਲੀ ਇਹ ਕ੍ਰੀਕੀ ਹੈਗੀ ਆ ਡੈਮੋਕ੍ਰੇਸੀ। ਪਰ ਇਸ ਟਾਈਮ ਤੇ ਜੋ ਹੈਗਾ ਨਾ ਕਿ ਜੋਰਾ ਜੋਰੀ ਜਾ ਲੜੀਆਂ ਇਹਨਾਂ ਅੱਖੀਆਂ ਨੇ ਪੇਸ਼ ਨਾ ਜਾਣ ਦਿੱਤੀ, ਕਿਉਂਕਿ ਇਸ ਟਾਈਮ ਤੇ ਇੱਕ ਸਟ੍ਰੈਟਜਿਕਲੀ ਇੰਪੋਰਟੈਂਸ ਇੱਦਾਂ ਦੀ ਕਿ ਇਹਨਾਂ ਨੂੰ ਜੋਰਾ ਜੋਰੀ ਨਾ ਚਾਹ ਕੇ ਵੀ ਆਪਸ ਦੇ ਵਿੱਚ ਮਿੱਤਰਤਾ ਵਧਾਉਣੀ ਪੈ ਰਹੀ ਹੈਗੀ। ਪਹਿਲੇ ਤਾਂ ਸਿਰਫ ਅਮਰੀਕਾ ਨੂੰ ਤਾਂ ਸਾਇਲੈਂਟ ਸੀਗਾ, ਭਾਰਤ ਹੀ ਬਾਰ-ਬਾਰ ਉਹਨਾਂ ਨੂੰ ਅਪਰੋਚ ਕਰ ਰਿਹਾ ਸੀ, ਖਾਸ ਕਰਕੇ ਜਦੋਂ ਭਾਰਤੀ ਜਨਤਾ ਪਾਰਟੀ ਦੀ ਗਵਰਨਮੈਂਟ ਆਈ ਹੈ 2014 ਦੇ ਵਿੱਚ। ਉਸ ਦੇ ਬਾਵਜੂਦ ਇਹਨਾਂ ਦੇ ਕਰਨ ਦੇ ਕਈ ਯਤਨਾਂ ਤੋਂ ਬਾਅਦ ਇਸ ਵਾਰੀ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ ਇਹਨਾਂ ਨੂੰ ਫੁੱਲ ਅਸੈਪਟੈਂਸ ਦਿੱਤੀ ਐ ਸਟੇਟ ਵਿਜ਼ਿਟ ਦੀ। ਪਰ ਇਹਦੇ ਵਿੱਚ ਜਿਹੜੀ ਦੂਜੀ ਗੱਲ ਵੀ ਉੱਠੀ ਹੈ ਕਿ ਪਹਿਲੀ ਵਾਰ ਹੋਇਆ ਕਿ 75 ਸੈਨੇਟਰਸ ਤੇ ਕਾਂਗਰਸ ਰੈਪਰੈਜ਼ੈਂਟੇਟਿਵਸ ਨੇ ਇਕੱਠੇ ਹੋ ਕੇ ਅੰਡਰ ਦੀ ਮਤਲਬ ਕਿ ਜਿਹੜੀ ਲੈਟਰ ਇੱਕ ਲਿਖੀ ਸੀਗੀ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਡਿਊਰਿੰਗ ਦਾ ਵਿਜ਼ਿਟ ਆਫ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ। ਉਹ ਲੈਟਰ ਨੂੰ ਜਿਨ੍ਹਾਂ ਨੇ ਇਨੀਸ਼ੀਏਟ ਕੀਤਾ ਪਹਿਲੇ, ਉਹ ਇਹਦੇ ਵਿੱਚ ਕਾਂਗਰਸ ਦੀ ਰੈਪਰੈਜ਼ੈਂਟੇਟਿਵ ਹੈਗੀ, ਕਾਂਗਰਸ ਵੂਮਨ ਹੈਗੀ ਪ੍ਰੈਮਲਾ ਜੈਪਾਲ, ਸ਼ੀ ਇਜ਼ ਅ ਰੈਪਰੈਜ਼ੈਂਟੇਟਿਵ ਆਫ ਦਾ ਕਾਂਗਰਸ ਫਰੋਮ ਵਾਸ਼ਿੰਗਟਨ ਸਟੇਟ। ਤੇ ਦੂਸਰਾ ਉਹਦੇ ਨਾਲ ਸੈਨੇਟਰ ਸੀਗਾ ਕ੍ਰਿਸ ਵੈਨ ਹਾਲਨ, ਹੀ ਇਜ਼ ਅ ਸੈਨੇਟਰ ਫਰੋਮ ਮੈਰੀਲੈਂਡ, ਜਿਹੜਾ ਕਿ ਵਾਸ਼ਿੰਗਟਨ ਦੇ ਨਾਲ ਹੀ ਸਟੇਟ ਹੈਗੀ, ਵਾਸ਼ਿੰਗਟਨ DC ਦੇ। ਇਹਨਾਂ ਦੇ ਨਾਲ 75 ਜਿਹੜੇ ਸੀਗੇ ਕਾਂਗਰਸ ਰੈਪਰੈਜ਼ੈਂਟੇਟਿਵਸ ਤੇ ਸੈਨੇਟਰਸ ਨੇ ਬੜੀ ਸਟਰੋਂਗ ਵਰਡਡ ਲੈਟਰ ਲਿਖੀ ਹੈ ਟੂ ਪ੍ਰੈਜ਼ੀਡੈਂਟ ਜੋ ਬਾਈਡਨ ਕਿ ਭਾਵੇਂ ਆਪਣੇ ਸਟ੍ਰੈਟੇਜਿਕ ਇੰਟਰਸਟ ਨੇ, ਆਪਾਂ ਬਹੁਤ ਕੁਝ ਸ਼ੇਅਰਡ ਵੈਲਿਊਜ਼ ਨੇ ਇੰਡੀਆ ਦੇ ਨਾਲ, ਪਰ ਸਟਿਲ ਜਿਹੜਾ ਉਹਨਾਂ ਵੱਲੋਂ ਇਸ਼ੂ ਉਠਾਇਆ ਗਿਆ ਕਿ ਜੋ ਇੰਡੀਆ ਦਾ ਜਿਸ ਤਰ੍ਹਾਂ ਕਿ ਆਪਣੀਆਂ ਸਟੇਟ ਡਿਪਾਰਟਮੈਂਟਸ ਆਫ ਅਮਰੀਕਾ ਦੀਆਂ ਰਿਪੋਰਟਸ ਆ ਰਹੀਆਂ ਨੇ ਲਗਾਤਾਰ, ਇਸੇ ਤਰ੍ਹਾਂ ਰਿਪੋਰਟਰਸ ਵਿਦਆਊਟ ਬਾਰਡਰ ਦੀ ਪ੍ਰੈਸ ਫਰੀਡਮ ਬਾਰੇ ਆ ਰਹੀ ਹੈ, ਤੇ ਹੋਰ ਡਿਫਰੈਂਟ ਜਿਹੜੇ ਇੰਡੈਕਸ ਨੇ ਵਰਲਡ ਵਾਈਡ, ਇਸੇ ਤਰ੍ਹਾਂ ਐਮਨੈਸਟੀ ਇੰਟਰਨੈਸ਼ਨਲ ਆ, ਹਿਊਮਨ ਰਾਈਟਸ ਵਾਚ ਆ, ਕਿਉਂਕਿ ਇਹਨਾਂ ਦੋ ਸੰਸਥਾਵਾਂ ਨੇ ਹਿਊਮਨ ਰਾਈਟਸ ਵਾਚ ਤੇ ਐਮਨੈਸਟੀ ਇੰਟਰਨੈਸ਼ਨਲ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਵਿਜ਼ਿਟ ਤੋਂ 2 ਦਿਨ ਪਹਿਲੇ ਇਹਨਾਂ ਨੇ ਜਿਹੜੀ BBC ਵੱਲੋਂ 2 ਪਾਰਟ ਡਾਕੂਮੈਂਟਰੀ ਬਣਾਈ ਗਈ ਆ ਦਾ ਮੋਦੀ ਬਾਰੇ, ਉਹ ਉਹਨਾਂ ਨੇ ਸਕਰੀਨ ਕਰਾਈ ਪਬਲਿਕਲੀ ਐਂਡ ਦੇ ਸੋ ਉਹਨਾਂ ਨੇ ਸਿਲੈਕਟਡ ਪੀਪਲਸ ਨੂੰ ਜੋ ਕੰਸਰਨ ਜਿਹੜੇ ਕਿ ਮੈਟਰ ਕਰਦੇ ਆ ਪਬਲਿਕ ਅਫੇਅਰਸ ਦੇ ਵਿੱਚ ਤੇ US ਦੇ ਵਿੱਚ, ਉਹਨਾਂ ਨੂੰ ਸਪੈਸ਼ਲੀ ਸੱਦਾ ਦੇ ਕੇ ਉਹਨਾਂ ਨੇ ਉਹ ਸਕਰੀਨਿੰਗ ਕਰਾਈ ਆ ਤਾਂ ਕਿ ਉਹ ਦੁਨੀਆ ਨੂੰ ਦੱਸ ਸਕਣ ਕਿ ਅਸਲੀ ਚਿਹਰਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਕੀ ਹੈਗਾ। ਕਿਉਂਕਿ 2005 ਦੇ ਵਿੱਚ ਆਫਟਰ 2002 ਕਾਰਨੇਜ ਜਿਹੜੀ ਮੁਸਲਿਮਸ ਦੀ ਹੋਈ ਸੀ ਗੁਜਰਾਤ ਵਿੱਚ ਡਿਊਰਿੰਗ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦੇ, ਉਸ ਤੋਂ ਬਾਅਦ US ਐਡਮਿਨਿਸਟ੍ਰੇਸ਼ਨ ਨੇ ਇਹਨਾਂ ਦਾ ਡਿਪਲੋਮੈਟਿਕ ਵੀਜ਼ਾ ਤੇ ਇਹਨਾਂ ਦਾ ਡਿਪਲੋਮੈਟਿਕ ਸਟੇਟਸ ਸਾਰਾ ਰਿਜੈਕਟ ਕਰਤਾ ਸੀ। ਇਸੇ ਤਰ੍ਹਾਂ ਇਹ ਵਰਤਾਰਾ 2012 ਤੱਕ ਚੱਲਦਾ ਰਿਹਾ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਨਾਟ ਵੈਲਕਮ ਇਨ USA ਸੀਗੇ, ਇਹਨਾਂ ਦੇ ਸਾਰੇ ਵੀਜ਼ੇ ਰਿਜੈਕਟ ਕਰ ਦਿੱਤੇ ਗਏ ਸੀ। ਜਦੋਂ 2014 'ਚ ਇਹ ਪ੍ਰਾਈਮ ਮਿਨਿਸਟਰ ਬਣੇ ਨੇ ਇੰਡੀਆ ਦਾ, ਉਦੋਂ ਇਹਨਾਂ ਨੂੰ ਟੈਂਪਰੇਰੀ ਇਮਿਊਨਿਟੀ ਦਿੱਤੀ ਗਈ ਹੈਗੀ ਆ USA ਦੇ ਵਿੱਚ। ਅੱਜ ਵੀ ਇਹਨਾਂ ਕੋਲੇ ਕੋਈ ਪਰਮਾਨੈਂਟ ਇਮਿਊਨਿਟੀ ਨਹੀਂ ਗੀ, ਕਿਸੇ ਟਾਈਮ ਤੇ ਵੀ ਇਹਨਾਂ ਦੀ ਇਮਿਊਨਿਟੀ ਜੇ ਚੱਕ ਦਿੰਦੇ ਆ ਤਾਂ ਅਮਰੀਕਾ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਜ਼ ਲਾਇਬਲ ਟੂ ਬੀ ਅਰੈਸਟਡ ਐਂਡ ਟੂ ਬੀ ਚਾਰਜਡ ਵਿਦ ਦਾ ਕ੍ਰਾਈਮਸ ਅਗੇਂਸਟ ਹਿਊਮੈਨਿਟੀ। ਇਹ ਮਤਲਬ ਬੜਾ ਸੀਰੀਅਸ ਇਹਨਾਂ ਤੇ ਦਬਾਅ ਹੈਗਾ। ਉਹ ਹਜੇ ਤੱਕ ਉਹ ਇਮਿਊਨਿਟੀ ਜਿਹੜੀ ਪਰਮਾਨੈਂਟ ਨਹੀਂ ਹੈਗੀ। ਇੱਦਾਂ ਦੀਆਂ ਟੈਂਪਰੇਰੀ ਇਮਿਊਨਿਟੀਜ਼ ਅਮਰੀਕਾ ਨੇ, ਹੋਰ ਵੀ ਜਿਹੜੇ ਵਰਲਡ ਦੇ ਡਿਕਟੇਟਰਸ ਨੇ, ਈਵਨ ਸਾਊਦੀ ਅਰੇਬੀਆ ਦਾ ਜਿਹੜਾ ਪ੍ਰਿੰਸ ਹੈਗਾ ਸਾਲਮਨ, ਜਿਹੜਾ ਕਿ ਉੱਥੋਂ ਦੇ ਰਾਜੇ ਦਾ ਬੇਟਾ ਹੈਗਾ ਤੇ ਇਜ਼ ਪ੍ਰਾਈਮ ਮਿਨਿਸਟਰ ਆਫ ਸਾਊਦੀ ਅਰੇਬੀਆ, ਉਹਨੂੰ ਵੀ ਉਹਦੇ ਵੱਲੋਂ ਵੀ ਜਿਹੜੇ ਕੀਤੇ ਗਏ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਡਿਊਰਿੰਗ ਹਿਜ਼ ਰੂਲ, ਉਹਨੂੰ ਵੀ ਟੈਂਪਰੇਰੀ ਇਮਿਊਨਿਟੀ ਦਿੱਤੀ ਹੋਈ ਆ, ਕਿਉਂਕਿ ਇਹਨਾਂ ਦੇ ਸਟ੍ਰੈਟਜਿਕ ਇੰਟਰਸਟ ਕਈ ਵਾਰੀ ਜ਼ਿਆਦਾ ਭਾਰੂ ਪਏ ਤੇ ਇਹਨਾਂ ਲਈ ਕੰਸਰਨ ਹੁੰਦਾ ਇਕੋਨਮੀ। ਉਹਦੇ ਬਰਾਕ ਓਬਾਮਾ ਪ੍ਰੈਜ਼ੀਡੈਂਟ ਨੇ ਇਹ ਗੱਲਾਂ ਉਠਾਈਆਂ ਨੇ ਕਿ ਸਾਡੇ ਬੜੇ ਕੰਸਰਨਸ ਨੇ ਜਿਨ੍ਹਾਂ ਕਰਕੇ ਸਾਨੂੰ ਨਜ਼ਰ ਅੰਦਾਜ਼
मतलब कि जानते हुए भी सानू नज़रअंदाज वो चीज़ां करनियां पैंदियां। जी, ਅਮਰੀਕਾ ਨੇ ਕਈ ਵਾਰੀ ਆਪਣੇ ਸਾਹਮਣੇ ਆਇਆ ਹੈ ਕਿ ਜਿਹੜੇ ਤਾਨਾਸ਼ਾਹ ਨੇ ਉਹਨਾਂ ਨੂੰ ਵੀ ਸਪੋਰਟ ਕੀਤਾ ਹੈ ਆਪਣੀ ਜ਼ਰੂਰਤ ਦੇ ਲਈ। ਸੋ ਇੰਨਾ ਜ਼ਿਆਦਾ ਡੈਮੋਕ੍ਰੇਸੀ ਨੂੰ ਵਾਊਚ ਕਰਨ ਵਾਲਾ ਇਹ ਦੇਸ਼ ਵੀ ਕਈ ਵਾਰੀ ਆਪਣੀ ਜ਼ਰੂਰਤ ਲਈ ਦੂਜੇ ਦੇਸ਼ਾਂ ਦੇ ਵਿੱਚ ਤਾਨਾਸ਼ਾਹ ਨੂੰ ਪ੍ਰਮੋਟ ਕਰਦਾ ਰਿਹਾ ਹੈ। ਸਰ, ਮੈਂ ਆਖਰੀ ਸਵਾਲ ਇਸ ਮਸਲੇ ਦੇ ਨਾਲ ਜੁੜਿਆ ਲੈ ਕੇ ਆ ਰਹੀ ਹਾਂ, ਫਿਰ ਉਸ ਤੋਂ ਅੱਗੇ ਆਪਾਂ ਪੰਜਾਬ ਤੇ ਆਵਾਂਗੇ। ਆਪਣਾ ਸਿੱਖ ਡਾਇਸਪੋਰਾ, ਵੈਸੇ ਤਾਂ ਇੰਡੀਅਨ ਡਾਇਸਪੋਰਾ ਦੇਖੀਏ ਤਾਂ ਬਹੁਤ ਵੱਡੇ ਨੰਬਰ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਵੀ ਰਿਹਾ, ਪਰ ਇੰਡੀਅਨ ਡਾਇਸਪੋਰਾ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਸਰ? ਕਿਉਂਕਿ ਕਾਫੀ ਕੁਝ ਦਿਨ ਪਹਿਲਾਂ ਆਪਾਂ ਦੇਖਿਆ ਸੀਗਾ ਕਿ ਪ੍ਰੋਟੈਸਟ ਕਰਨ ਦੀਆਂ ਗੱਲਾਂ ਚੱਲ ਰਹੀਆਂ ਸੀ, ਨਾਰਾਜ਼ਗੀ ਪ੍ਰਗਟ ਕਰ ਰਹੇ ਸੀਗੇ ਕਿ ਪ੍ਰਾਈਮ ਮਿਨਿਸਟਰ ਮੋਦੀ ਆਉਣਗੇ ਤਾਂ ਉਹਨਾਂ ਦੇ ਪ੍ਰੋਟੈਸਟ ਕੀਤਾ ਜਾਏਗਾ, ਔਰ ਕੁਝ ਵੀ ਆਪਾਂ ਨੂੰ ਇਸ ਸਮੇਂ ਨਜ਼ਰ ਨਹੀਂ ਆਇਆ ਕਿ ਸਿੱਖ ਕਮਿਊਨਿਟੀ 'ਚੋਂ ਕੋਈ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਜਾਂ ਕੋਈ ਆਪਣੀਆਂ ਡਿਮਾਂਡਸ ਅੱਗੇ ਰੱਖ ਰਿਹਾ ਹੋਵੇ ਜਾਂ ਕੋਈ ਮੰਗ ਕਰ ਰਿਹਾ ਹੋਵੇ ਕਿ ਇਹ ਚੀਜ਼ ਐਵੇਂ ਨਹੀਂ, ਐਵੇਂ ਸਾਨੂੰ ਜ਼ਰੂਰਤ ਹੈ ਔਰ ਇਹਦੇ ਵੱਲ ਧਿਆਨ ਦਿੱਤਾ ਜਾਵੇ। ਕਿਵੇਂ ਦੇਖਦੇ ਹੋ ਰੋਲ ਆਫ ਸਿੱਖ ਡਾਇਸਪੋਰਾ ਇਸ मैं ਸਮੇਂ ना ਸਰ? ਕਾਫੀ ਦਿਨ ਪਹਿਲੇ ਟਰਾਈ ਕਰਦਾ ਰਿਹਾ ਕਿ ਵੀ ਸਿੱਖਸ ਨੂੰ ਥਰੂ ਦਾ ਇੰਡੀਅਨ ਐਂਬੈਸਡਰ ਸੰਧੂ ਇਹਨਾਂ ਨੂੰ ਅਪਰੋਚ ਕਰਨਾ ਚਾਹੀਦਾ ਸੀ ਕਿ ਸਾਡੇ ਕੰਸਰਨ ਜਿਹੜੇ ਟੇਬਲ ਤੇ ਬਹਿ ਕੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਸੁਣ। ਪਰ ਸਮਹਾਉ ਮੇਰਾ ਉਹਨਾਂ ਨਾਲ ਕੰਟੈਕਟ ਨਹੀਂ ਹੋ ਸਕਿਆ ਕਿਉਂਕਿ ਜਿਹੜੀ ਇਹ ਲੈਟਰ ਮੂਵ ਹੋਈ ਆ 75 ਸੈਂਟਰਸ ਤੇ ਕਾਂਗਰਸ ਰੈਪਰੈਜ਼ੈਂਟੇਟਿਵ ਵੱਲੋਂ, ਇਹਦੇ ਪਿੱਛੇ ਜਿਹੜੀ ਉੱਥੋਂ ਦੇ ਅਮਰੀਕਨ ਸਿੱਖਸ ਦੀ ਮਤਲਬ ਕਿ ਬਹੁਤ ਵੱਡੀ ਭੂਮਿਕਾ ਹੈਗੀ ਆ। ਪਰ ਮੈਨੂੰ ਇਹ ਗੱਲ ਦਾ ਅਫਸੋਸ ਆ ਕਿ ਇੰਨੀਆਂ ਐਫਰਟਸ ਕਰਨ ਦੇ ਬਾਵਜੂਦ ਵੀ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵਿਦ ਪ੍ਰੈਜ਼ੀਡੈਂਟ ਜੋ ਬਾਈਡਨ ਫਰੋਮ ਦਾ ਵਾਈਟ ਹਾਊਸ, ਤਾਂ ਉਦੋਂ ਭਾਵੇਂ ਇਹਨਾਂ ਨੂੰ 2 ਕੁਐਸਚਨ ਸੀ ਇਹਨਾਂ ਨੇ ਆਨਸਰ ਕਰਨੇ ਮੰਨੇ ਸੀਗੇ ਕਿਉਂਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਪਿਛਲੇ 9 ਸਾਲ ਤੋਂ ਕਦੀ ਡਾਇਰੈਕਟਲੀ ਪ੍ਰੈਸ ਨੂੰ ਇਹਨਾਂ ਨੇ ਮਤਲਬ ਕਿ ਫੇਸ ਨਹੀਂ ਕੀਤਾ, ਨੋਰ ਹੀ ਹੈਜ਼ ਐਵਰ ਆਨਸਰਡ ਐਨੀ ਕੁਐਸਚਨਸ ਇਨ ਪਬਲਿਕ। ਕਿਉਂਕਿ ਇਹਨਾਂ ਦੇ ਜਿਹੜਾ ਰਾਜ ਕਰਨ ਦਾ ਤਰੀਕਾ ਹੈਗਾ ਤੇ ਇਹਨਾਂ ਦੇ ਰਾਜ ਦੌਰਾਨ ਜੋ ਕੁਝ ਭਾਰਤ ਵਿੱਚ ਵਾਪਰ ਰਿਹਾ ਹੈਗਾ ਲਗਾਤਾਰ, ਅੱਜ ਵੀ ਮੈਂ ਪੜ੍ਹ ਰਿਹਾ ਸੀ ਕਿ ਰਾਜਸਥਾਨ ਦੇ ਵਿੱਚ ਇੱਕ ਜਿਹੜੀ ਮਸਜਿਦ ਸੀਗੀ ਜਿਹੜੀ ਕਿ ਜਿੱਥੇ ਕਿ ਪਾਠਸ਼ਾਲਾ ਲੋਕਾਂ ਨੂੰ ਪੜ੍ਹਾਇਆ, ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਉਹਨੂੰ ਸਾੜ ਦਿੱਤਾ ਗਿਆ ਤੇ ਉਹਦੇ ਵਿੱਚ ਜਿਹੜੇ ਪ੍ਰਮੁੱਖ ਤੌਰ ਤੇ ਚਿਹਰੇ ਬਾਹਰ ਆਏ ਉਹਨਾਂ ਦਾ ਬਹੁਤ ਨਾਮੀ ਭਾਰਤੀ ਜਨਤਾ ਪਾਰਟੀ ਦਾ ਲੀਡਰ ਵੀ ਹੈਗਾ। ਇਸ ਤਰ੍ਹਾਂ ਦੇ ਵਰਤਾਰਿਆਂ ਕਰਕੇ ਲਗਾਤਾਰ ਪ੍ਰਾਈਮ ਮਿਨਿਸਟਰ ਦੀ ਜਿਹੜੀ ਟਰਮ ਹੈਗੀ ਆ ਗਵਰਨੈਂਸ ਦੀ ਉਹ ਅੰਡਰ ਕੁਐਸਚਨ ਵੀ ਹੈਗੀ ਤੇ ਸਕਰੂਟਨੀ ਵੀ ਹੈਗੀ। ਪਰ ਜਦੋਂ ਉਹਨਾਂ ਨੇ ਕੁਐਸਚਨ, ਉਹਨਾਂ ਨੂੰ ਸਿਰਫ ਜਿਹੜਾ ਕੁਐਸਚਨ ਉੱਥੇ ਪੱਤਰਕਾਰ ਵੱਲੋਂ ਪੁੱਛਿਆ ਗਿਆ ਉਹ ਵਾਲ ਸਟਰੀਟ ਜਰਨਲ ਦੀ ਸੀਗੀ ਸਬਰੀਨਾ, ਉਹਨੇ ਜਦੋਂ ਕੁਐਸਚਨ ਪੁੱਛਿਆ ਤਾਂ ਪ੍ਰਾਈਮ ਮਿਨਿਸਟਰ ਕਾਫੀ ਅਨਕੰਫਰਟੇਬਲ ਹੋ ਗਏ ਸੀਗੇ ਤੇ ਜਦ ਕਿ ਉਹ ਜਿੰਨਾ ਕੁਝ ਬੋਲ ਰਹੇ ਸੀ ਉਹਨਾਂ ਅੱਗੇ ਟੈਲੀ ਪ੍ਰਿੰਟਰ ਲੱਗਿਆ ਹੋਇਆ ਸੀ ਜਿੱਥੋਂ ਦੇਖ ਕੇ ਬੋਲ ਰਹੇ ਸੀ, ਜਦ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਤਾਂ ਐਸ ਸੱਚ ਬੋਲ ਰਿਹਾ ਸੀ, ਉਹਨਾਂ ਅੱਗੇ ਕਦੀ ਵੀ ਕੋਈ ਇਦਾਂ ਦਾ ਸਕਰੀਨ ਨਹੀਂ ਰੱਖਿਆ ਹੁੰਦਾ ਜਿੱਥੋਂ ਉਹ ਬੋਲਦੇ, ਉਹ ਐਸ ਸੱਚ ਪ੍ਰੋਮਪਟਲੀ ਕਰਦੇ ਨੇ ਕਿਉਂਕਿ ਉਹ ਤਾਂ ਲਗਾਤਾਰ ਪ੍ਰੈਸ ਨੂੰ ਫੇਸ ਕਰਦੇ ਰਹਿੰਦੇ ਨੇ। ਉੱਥੇ ਬੜਾ ਸਟਰੋਂਗ ਪ੍ਰੈਸ ਦਾ ਕਿਉਂਕਿ ਹੈਗਾ ਇਨਫਲੂਐਂਸ ਹੈਗਾ ਯੂਐਸ ਐਡਮਿਨਿਸਟ੍ਰੇਸ਼ਨ ਦੇ ਵਿੱਚ, ਜਿਹਨੂੰ ਕਿ ਪਿਛਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਘਟਾਉਣਾ ਚਾਹਿਆ ਸੀ ਕਾਫੀ ਹੱਦ ਤੱਕ ਉਹਨੂੰ ਫੇਕ ਨਿਊਜ਼ ਕਹਿ ਕੇ। ਪਰ ਹੁਣ ਜਦੋਂ ਕੁਐਸਚਨ ਹੋਇਆ ਤਾਂ ਮੁਸਲਿਮਸ ਦੇ ਬਾਰੇ ਜੋ ਰੋਲ ਹੈਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗਵਰਨਮੈਂਟ ਦਾ ਵੀ ਕਿਸ ਤਰ੍ਹਾਂ ਮੁਸਲਿਮ ਜਿਹੜਾ ਜਗਤ ਹੈਗਾ ਮਿਨੋਰਟੀ ਆ, ਭਾਵੇਂ ਉਹ 20 ਕਰੋੜ ਦੇ ਕਰੀਬ ਨੰਬਰ ਹੈਗਾ, ਪਰ ਉਹਨਾਂ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਜਿੰਨਾ 11 ਸਟੇਟਸ ਦੇ ਵਿੱਚ ਰਾਜ ਹੈਗਾ ਤੇ ਜਿੰਨਾ ਇਹਨਾਂ ਦਾ ਸੈਂਟਰਲ ਵਿੱਚ ਓਵਰਵੈਲਮਿੰਗ ਮੈਜੋਰਟੀ ਹੈ, ਉਹਦੇ ਵਿੱਚ ਇੱਕ ਵੀ ਮੈਂਬਰ ਪਾਰਲੀਮੈਂਟ ਤੇ ਨਾ ਹੀ ਕੋਈ ਸਟੇਟ ਦਾ ਜਿਹੜਾ ਐਮਐਲਏ ਹੈਗਾ ਉਹ ਕੋਈ ਵੀ ਮੁਸਲਿਮ ਚਿਹਰਾ ਨਹੀਂ ਹੈਗਾ। ਇਹ ਪਹਿਲੀ ਵਾਰ ਹੋਇਆ ਕਿ ਕੋਈ ਨੈਸ਼ਨਲ ਪਾਰਟੀ ਜਿਹੜੀ ਕਿਹਾ ਉਹਨੇ ਟੋਟਲੀ ਇੱਕ ਐਡੀ ਵੱਡੀ ਮਿਨੋਰਟੀ ਨੂੰ ਟੋਟਲੀ ਇਹਨਾਂ ਨੇ ਰਿਜੈਕਟ ਕਰਤਾ ਹੋਇਆ, ਲੈਪਸੀ ਕਰਤਾ ਹੋਇਆ। ਪਰ ਉਹ ਵੀ ਜਦੋਂ ਕੁਐਸਚਨ ਪੁੱਛਿਆ ਗਿਆ ਤਾਂ ਉਹਨਾਂ ਨੇ ਬੜੇ ਅਨਕੰਫਰਟੇਬਲ ਹੋ ਕੇ ਉਹਨਾਂ ਨੇ ਆਪਣਾ ਜਿਹੜਾ ਸਭ ਕਾ ਸਾਥ ਸਭ ਕਾ ਵਿਕਾਸ ਉਹ ਮਨ ਕੀ ਬਾਤ ਵਾਲੀ ਗੱਲ ਕਰਕੇ ਉਹਨੂੰ ਟਾਲਣਾ ਚਾਹਿਆ, ਪਰ ਉਹਦੇ ਨਾਲ ਇਹਨਾਂ ਦੇ ਦੇਖਣ ਵਿੱਚ ਪਬਲਿਕਲੀ ਇਹ ਦਿਖ ਰਿਹਾ ਸੀ ਕਿ ਹੀ ਇਜ਼ ਫੀਲਿੰਗ ਵੈਰੀ ਅਨਕੰਫਰਟੇਬਲ ਟੂ ਆਨਸਰ। ਜੀ, ਮੈਂ ਸਿੱਖਾਂ ਦਾ ਸਵਾਲ ਪੁੱਛਿਆ ਸੀ, ਸਿੱਖ ਡਾਇਸਪੋਰਾ ਸਰ। ਹਾਂ, ਮੈਂ ਇਸ ਗੱਲ ਦਾ ਮੈਨੂੰ ਜ਼ਰੂਰ ਅਫਸੋਸ ਹੈ ਕਿ ਉਹਨਾਂ ਨੇ ਇੰਨੀਆਂ ਐਫਰਟਸ ਕੀਤੀਆਂ ਤਾਂ ਕਿ ਇਹ ਸਟਰੋਂਗ ਲੈਟਰ ਲਿਖੀ ਜਾ ਸਕੇ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਕਿ ਤੁਸੀਂ ਕੰਸਰਨਸ ਰੇਜ਼ ਕਰੋ। ਉਹਨਾਂ ਨੇ ਕੰਸਰਨਸ ਇਹ ਰੇਜ਼ ਕੀਤੇ ਨੇ ਜੋ ਕਿ ਉਹਨਾਂ ਨੂੰ ਇਹ ਗੱਲ ਬਾਰੇ ਮੰਨਣਾ ਪਿਆ ਵੀ ਹਾਂ ਆਈ ਹੈਵ ਟਾਕ ਅਬਾਊਟ ਹਿਊਮਨ ਡਿਗਨਿਟੀ ਤੇ ਹਿਊਮਨ ਵੈਲਿਊਜ਼ ਦੇ ਵਿੱਚ ਤੇ ਹਿਊਮਨ ਰਾਈਟਸ ਦੇ ਇਸ਼ੂ ਬਾਰੇ ਮੇਰੀ ਜ਼ਰੂਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਗੱਲ ਹੋਈ ਆ, ਮੈਂ ਇਸ਼ੂਜ਼ ਇਹ ਰੇਜ਼ ਕੀਤੇ ਨੇ। ਪਰ ਇਹ ਨਹੀਂ ਗੱਲ ਕਿਤੇ ਵੀ ਸਾਹਮਣੇ ਆਈ ਕਿ ਉਹਨਾਂ ਨੇ ਜਿਹੜੇ ਲਿੰਗਰਿੰਗ ਸਿੱਖ ਇਸ਼ੂਜ਼ ਨੇ ਇਨ ਪੰਜਾਬ
ਕਿ ਉਹਨਾਂ ਬਾਰੇ ਕੋਈ ਵੀ ਚੀਜ਼ ਪਬਲਿਕ 'ਚ ਨਹੀਂ ਆਈ। ਇਸ ਗੱਲ ਦਾ ਮੈਨੂੰ ਬਹੁਤ ਗਿਲਾ ਵੀ ਜੇ ਤੁਸੀਂ ਇੰਨੀਆਂ ਐਫਰਟਸ ਕਰ ਰਹੇ ਹੈਗੇ ਅੱਬਲ ਤਾਂ ਇਹਨਾਂ ਨੂੰ ਡੈਮੋਨਸਟ੍ਰੇਸ਼ਨ ਦੀ ਬਜਾਏ ਉਹਨਾਂ ਨਾਲ ਪਬਲਿਕ ਮੀਟਿੰਗ ਕਰਨੀ ਚਾਹੀਦੀ ਸੀ, ਜਿਹਦੇ 'ਚ ਇਹ ਡਾਇਰੈਕਟਲੀ ਫੇਸ ਟੂ ਫੇਸ ਦੱਸ ਸਕਣ ਕਿ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਸਿੱਖਸ ਆਪਣੇ ਆਪ ਨੂੰ ਅਨਕੰਫਰਟੇਬਲ ਕਿਉਂ ਫੀਲ ਕਰ ਰਹੇ ਨੇ, ਕਿਉਂ ਨਹੀਂ ਇਹਨਾਂ ਦੇ ਇੰਨੇ ਲੰਮੇ ਚਿਰ ਤੋਂ ਜਿਹੜੇ ਇਸ਼ੂਜ਼ ਨੇ ਕਿ ਜੋ ਸਾਡੇ ਤੇ ਆਰਮੀ ਦਾ ਅਟੈਕ ਹੋਇਆ 1984 ਦਾ ਵਿੱਚ ਦਰਬਾਰ ਸਾਹਿਬ, ਉਹਦੇ ਵਿੱਚ ਕਈ ਕਾਰਨ ਨੇ ਉਸ ਅਟੈਕ ਪਿੱਛੇ, ਕਿਉਂਕਿ ਫਾਰਮਰਸ ਜਿਹੜੀਆਂ ਯੂਨੀਅਨਸ ਨੇ ਉਹ ਇਹ ਕਹਿ ਰਹੀਆਂ ਨੇ ਕਿ ਸਾਡੇ ਵੱਲੋਂ ਉਦੋਂ ਜਿਹੜੀ ਡਿਸਓਬੀਡੀਐਂਸ ਮੂਵਮੈਂਟ ਦਾ ਸਿਵਲ ਤੌਰ ਤੇ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਕਿ ਅਸੀਂ ਸਾਰਾ ਫੂਡ ਗ੍ਰੇਨਸ ਤੇ ਜਿਹੜਾ ਟੈਕਸ ਹੈਗਾ ਸਾਰਾ ਪੰਜਾਬ 'ਚ ਰੋਕ ਦੇਣਾ। ਇਹੀ ਕਾਲ ਅਕਾਲੀ ਦਲ, ਕਿਉਂਕਿ ਉਸ ਟਾਈਮ ਤੇ ਸੰਤ ਲਾਂਗੋਵਾਲ ਡਿਕਟੇਟਰ ਸੀਗੇ ਉਸ ਮੋਰਚੇ ਦੇ, ਇਹਨਾਂ ਨੇ ਵੀ 3 ਜੂਨ ਤੋਂ ਉਹੀ ਕਾਲ ਦਿੱਤੀ ਸੀ। ਪਰ ਅਲਟੀਮੇਟਲੀ ਜਿੰਨਾ ਵੀ ਕਿਤਾਬਾਂ ਬਾਹਰ ਆ ਰਹੀਆਂ ਨੇ ਜਿਹੜੀਆਂ ਕਿ ਹਾਈ ਆਫੀਸ਼ੀਅਲਸ ਇੰਡੀਅਨ ਦੇ ਲਿਖ ਰਹੇ ਨੇ, ਉਹ ਸਿੰਗਲ ਆਊਟ ਸਿਰਫ ਇੱਕ ਇੰਡੀਵਿਜੂਅਲ ਨੂੰ ਕਰ ਰਹੇ ਨੇ, ਜਦ ਕਿ ਉਹ ਸੱਚ ਨਹੀਂ ਹੈਗਾ। ਠੀਕ ਆ, ਉੱਥੇ ਜੋ ਕੁਝ ਹੋਇਆ ਉਹ ਜ਼ਰੂਰ ਇੱਕ ਪ੍ਰੋਵੋਕੇਟਿਵ ਮੈਨਰ ਸੀਗਾ ਜਿਹਨੂੰ ਕਿ ਸਟੇਟ ਬਹਾਨਾ ਬਣਾ ਸਕਦੀ ਸੀ, ਪਰ ਉਹਦੇ ਨਾਲ ਕੁਝ ਜੈਨੂਅਨ ਡਿਮਾਂਡਸ ਰੁਕੀਆਂ ਸੀ ਜਿਹੜੇ ਆਰਮੀ ਜੋ ਅਟੈਕ ਹੋਇਆ। ਸਾਡੀ ਸਿੱਖਸ ਦੀ ਇਹੀ ਮੰਗ ਆ, ਇਹਦੇ ਬਾਰੇ ਜੇ ਉਸ ਟਾਈਮ ਦੀ ਇੰਦਰਾ ਗਾਂਧੀ ਦੇ ਰਜੀਮ ਨੇ ਐਡੀ ਵੱਡੀ ਗਲਤੀ ਕੀਤੀ ਹੈਗੀ ਆ ਤਾਂ ਉਸ ਬਾਰੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਵੇਂ ਦੱਸਿਆ ਜਾ ਰਿਹਾ ਕਿ ਹੀ ਇਜ਼ ਵੈਰੀ ਕੀਨ ਟੂ ਨੋ ਅਬਾਊਟ ਦਾ ਸਿੱਖ ਇਸ਼ੂਜ਼, ਤੇ ਉਹ ਬੜਾ ਸਿੰਪਥੈਟਿਕ ਆਪਣਾ ਰੱਖਦੇ ਨੇ ਪੱਖ ਸਿੱਖ ਕਮਿਊਨਿਟੀ ਬਾਰੇ, ਤਾਂ ਫਿਰ ਕਿਉਂ ਨਹੀਂ ਇਹਨਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਗਵਰਨਮੈਂਟ ਜਿਹੜੀ ਆ ਉਸ ਅਟੈਕ ਬਾਰੇ ਕਲੈਰੀਫਿਕੇਸ਼ਨਸ ਦੇਵੇ, ਇਹ ਉੱਥੇ ਐਡਮਿਟ ਕਰੇ ਕਿ ਜਿਹੜਾ ਉਸ ਟਾਈਮ ਦੀ ਇੰਡੀਅਨ ਗਵਰਨਮੈਂਟ ਨੇ ਜਿਹੜਾ ਸਟੈਪ ਚੱਕਿਆ ਸੀ ਆਰਮੀ ਅਟੈਕ ਦਾ, ਦੈਟ ਵਾਜ਼ ਅ ਟੋਟਲ ਬਲੰਡਰ, ਤੇ ਉਹਦਾ ਵਿੱਚ ਸਟੇਟ ਫੇਲੀਅਰ ਹੋਇਆ ਹੈ। ਉਸ ਬਾਰੇ ਕਹਿਣ ਕਿ ਮੈਨੂੰ ਅਫਸੋਸ ਆ ਜੋ ਉਸ ਟਾਈਮ ਤੇ ਇੰਡੀਅਨ ਗਵਰਨਮੈਂਟ ਨੇ ਇਹ ਸਟੈਪ ਚੱਕਿਆ। ਸਿਮਿਲਰਲੀ ਜਿਹੜਾ ਸਾਡਾ ਨਵੰਬਰ ਦੀ ਸਿੱਖ ਕਾਰਨੇਜ ਦਾ ਇਸ਼ੂ ਹੈਗਾ, ਇਹ ਸਾਡੇ 2 ਵੱਡੇ ਇਸ਼ੂਜ਼ ਨੇ ਤੇ ਉਹ ਐਡਰੈਸ ਕਿਉਂ ਨਹੀਂ ਹੋ ਰਹੇ, ਉਹਦੇ ਵਿੱਚ ਕਿਉਂ ਨਹੀਂ ਜਿਹੜੀ ਕਾਂਗਰਸ ਨੂੰ ਸਿੰਗਲ ਆਊਟ ਕਰਕੇ ਇਹਦੇ ਤੇ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਪੋਲੀਟੀਕਲ ਰਿਸਟ੍ਰਿਕਸ਼ਨਸ ਲੱਗਣੀਆਂ ਚਾਹੀਦੀਆਂ ਨੇ, ਕਿਉਂਕਿ ਜਿਹੜੇ ਉਹ ਇਹਦੇ ਰਿਪੋਰਟਸ ਦੇ ਵਿੱਚ ਆਏ ਨੇ ਉਹ ਕੁਝ ਹਜੇ ਵੀ ਜਿੰਦਾ ਨੇ। ਜਿਵੇਂ ਜਗਦੀਸ਼ ਟਾਈਟਲਰ ਆ, ਉਹਦੇ ਤੇ ਇੰਨਾ ਚਾਰਜ ਸ਼ੀਟ ਫਰੇਮ ਹੋ ਗਿਆ, ਸਭ ਕੁਝ ਹੋ ਗਿਆ, ਪਰ ਅੱਜ ਵੀ ਉਹ ਪ੍ਰੋਮੀਨੈਂਸ ਦੇ ਨਾਲ ਇਸ ਜਿਹੜੀ ਉਹਨਾਂ ਦੀ ਅਲੀਟ ਫੈਮਿਲੀ ਆ ਕਾਂਗਰਸ ਦੀ, ਗਾਂਧੀ ਪਰਿਵਾਰ ਦੇ ਨਾਲ ਬੈਠਾ ਹੁੰਦਾ ਉਹ, ਤੇ ਉਹ ਇਹ ਗੱਲਾਂ ਕਰਦੇ ਨੇ ਕਿ ਅਸੀਂ ਤਾਂ ਜੀ ਪਿਆਰ ਦੀ ਇੱਥੇ ਗਾਥਾ ਚਲਾਉਣੀ ਇੰਡੀਆ ਦੇ ਵਿੱਚ, ਅਸੀਂ ਏਡੀਆਂ ਵੱਡੀਆਂ ਭਾਰਤ ਜੋੜੋ ਯਾਤਰਾ ਕੱਢ। ਉਦੋਂ ਵੀ ਅਫਸੋਸ ਜਿਹੜਾ ਮਨਜੀਤ ਮੈਨੂੰ ਹੈਗਾ ਉਹ ਹੈਗਾ ਪੰਜਾਬ ਦੇ ਕਾਂਗਰਸ ਦੇ ਜਿਹੜੇ ਸਿੱਖ ਚਿਹਰੇ ਨੇ, ਜਿਹੜੇ ਆਪਣੇ ਆਪ ਨੂੰ ਬੜੇ ਅਲੰਬਰਦਾਰ ਦੱਸਦੇ ਨੇ, ਉਹ ਕਿਉਂ ਨਹੀਂ ਕਦੀ ਆਪਣੀ ਪਾਰਟੀ ਨੂੰ, ਜਿਸ ਤਰ੍ਹਾਂ ਹੁਣ ਇਹ ਕਹਿ ਰਿਹਾ ਕਿ ਅਸੀਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਨਹੀਂ ਸਪੋਰਟ ਕਰਨੀ ਆਰਡੀਨੈਂਸ ਦੇ ਮੈਟਰ, ਪਰ ਕਦੀ ਮੈਂ ਇਹਨਾਂ ਵੱਲੋਂ ਇਹ ਨਹੀਂ ਸੁਣਿਆ ਪਿਛਲੇ 39 ਸਾਲਾਂ 'ਚ ਕਿ ਇਹ ਆਪਣੀ ਕਾਂਗਰਸ ਹਾਈ ਕਮਾਂਡ ਨੂੰ ਕਹਿਣ ਜਾਂ ਉਹ ਕਾਂਗਰਸ ਫੈਮਿਲੀ ਨੂੰ ਕਹਿਣ, ਜਿਹਨੂੰ ਇਹ ਆਪਣਾ ਵੱਡਾ ਰੱਬ ਮੰਨਦੇ ਨੇ, ਕਿ ਤੁਸੀਂ ਇਸ ਤਰ੍ਹਾਂ ਦੇ ਚਿਹਰਿਆਂ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕਿਉਂ ਨਹੀਂ ਕਰ ਰਹੇ, ਉਹਨਾਂ ਨੂੰ ਸ਼ੈਲਟਰ ਕਿਉਂ ਕਰ ਰਹੇ। ਇਹਦਾ ਮਤਲਬ ਉਹਨਾਂ ਦੀ ਸੋਚ ਹਜੇ ਵੀ 1984 ਵਾਲੀ ਹੀ ਸੋਚ ਹੈ, ਜਿਹੜੀ ਸੋਚ ਨੂੰ ਪੈਨਲਾਈਜ਼ ਕਰਨਾ ਚਾਹੀਦਾ। ਹੋਰ ਮਨਵੀਰ, ਮੈਂ ਤੁਹਾਨੂੰ ਦੱਸਦਾ ਕਿ ਮੇਰਾ ਦੋਸਤ ਇੱਕ LA ਤੋਂ ਗਿਆ ਪਿਛਲੇ ਦਿਨੀ, ਥੋੜੇ 2 ਦਿਨ ਪਹਿਲੇ ਹੀ ਵੈਂਟ ਟੂ ਜਨੇਵਾ, ਜਿਹੜਾ ਸਵਿਟਜ਼ਰਲੈਂਡ, ਜਿੱਥੇ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਟਰ ਹੈ ਹਿਊਮਨ ਰਾਈਟਸ ਦਾ। ਉਹਦੇ ਬਾਹਰ ਮਨੀਪੁਰ ਦੇ ਲੋਕਾਂ ਨੇ ਇੱਕ ਹਿੱਸੇ ਨੇ ਉੱਥੇ ਟੈਂਟ ਲਾਇਆ ਹੋਇਆ ਬਹੁਤ ਦਿਨਾਂ ਤੋਂ, ਤੇ ਉੱਥੇ ਉਹ ਡਿਮਾਂਡ ਕਰ ਰਹੇ ਅਟੈਂਸ਼ਨ ਫਰੋਮ ਦਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਦੀ ਜਿਹੜੀ ਉੱਥੇ ਉਹ ਹੈਗੀ ਆ ਅਥਾਰਟੀ, ਕਿ ਤੁਸੀਂ ਜੋ ਸਾਡੇ ਨਾਲ ਮਨੀਪੁਰ ਦੇ ਵਿੱਚ ਜਾਤੀਆਂ ਐਥਨਿਕ ਕਲੀਨਜ਼ਿੰਗ ਹੋ ਰਹੀ ਆ ਉਹਦੇ ਬਾਰੇ ਉਹ ਸਾਨੂੰ ਕੋਈ ਨਾ ਕੋਈ ਉਹਦੇ ਤੇ ਉਸ ਸਿਚੁਏਸ਼ਨ ਬਾਰੇ ਉਹ ਇੱਕ ਤਰ੍ਹਾਂ ਨਾਲ ਅਲਰਟ ਕਰ ਰਿਹਾ ਕਿ ਇਹਦੇ ਵੱਲ ਦੁਨੀਆ ਧਿਆਨ ਦੇਵੇ। ਉਹ ਕਾਫੀ ਹੱਦ ਤੱਕ ਸਕਸੈਸ ਵੀ ਹੋ ਰਹੇ ਆ। ਉੱਥੋਂ ਜਾ ਕੇ ਜਦੋਂ ਮੇਰੇ ਵਾਕਫ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਕੋਈ ਸਿੱਖ ਕਮਿਊਨਿਟੀ ਵੱਲੋਂ ਕੋਈ ਆਵਾਜ਼ ਸੀਗੀ, ਉਹ ਕਹਿੰਦੇ ਸਾਡੇ ਨਾਲ ਪਹਿਲੇ ਜ਼ਰੂਰ ਕਿ ਅਵਤਾਰ ਸਿੰਘ ਸੇਖੋਂ ਕੈਨੇਡਾ ਤੋਂ ਜੁੜਿਆ ਹੋਇਆ ਸੀ, ਪਰ ਹੁਣ ਉਹਦੀ ਡੈਥ ਹੋ ਚੁੱਕੀ ਹੈ। ਇਸ ਤੋਂ ਬਾਅਦ ਸਾਨੂੰ ਕਿਸੇ ਨੇ ਵੀ ਨਹੀਂ ਅਪਰੋਚ ਕੀਤਾ ਵੀ ਉਹ ਆ ਕੇ ਸਾਡੇ ਨਾਲ ਬੈਠਣ ਤੇ ਉਹ ਵੀ ਦੱਸ ਸਕਣ ਕਿ ਕਿਸੇ ਟਾਈਮ ਤੇ ਉਹ ਵੀ ਇਸ ਐਥਨਿਕ ਕਲੀਨਜ਼ਿੰਗ ਦਾ ਸ਼ਿਕਾਰ ਹੋਏ ਨੇ। ਆਪਾਂ ਉੱਥੋਂ ਤੱਕ ਕਦੀ ਪਹੁੰਚ ਹੀ ਨਹੀਂ ਸਕੇ। ਹੁਣ ਵੀ ਆਪਾਂ ਇੰਨੀ ਜੇ ਆਪਣੇ ਸਿੱਖ ਡਾਇਸਪੋਰਾ ਨੇ ਅਮਰੀਕਾ 'ਚ ਇੰਨੀਆਂ ਐਫਰਟਸ ਕੀਤੀਆਂ, ਇੰਨਾ ਪੈਸੇ ਲਾਏ, ਸਾਰਾ ਕੁਝ ਕੀਤਾ, ਪਰ ਉੱਥੇ ਕਿਤੇ ਵੀ ਨਹੀਂ ਆ ਰਿਹਾ ਅਦਰ ਦੈਨ ਮੁਸਲਿਮਸ ਕਿ ਕਿਤੇ ਉੱਥੇ ਸਿੱਖ ਇਸ਼ੂਜ਼ ਜੋ ਹੈ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਉਠਾਏ।
ਕਿਉਂਕਿ ਜੀ ਪੰਜਾਬ ਸਰਕਾਰ ਨੇ ਪਿਛਲੇ ਹਫਤੇ ਸਪੈਸ਼ਲ ਸੈਸ਼ਨ ਜਿਹੜਾ ਸੱਦਿਆ ਔਰ ਬੈਕ ਟੂ ਬੈਕ 3 ਬਿੱਲ ਇੱਦਾਂ ਦੇ ਲਿਆਂਦੇ ਨੇ ਜਿਹਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਉਲਝਣਬਾਜ਼ੀ ਕ੍ਰੀਏਟ ਹੋਏਗੀ ਕਿਉਂਕਿ ਉਹ ਚੀਜ਼ਾਂ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਅਲਾਉ ਨਹੀਂ ਕੀਤਾ ਹੈਗਾ। ਗਵਰਨਰਸ ਨੇ ਆ ਕੇ ਕਿਤੇ ਨਾ ਕਿਤੇ ਰੋਕਿਆ ਹੈ, ਜਿਵੇਂ ਕਿ ਜਿਹੜਾ ਚਾਂਸਲਰ ਹੋਏਗਾ ਯੂਨੀਵਰਸਿਟੀ ਦਾ, ਗਵਰਨਰ ਨਹੀਂ ਹੋਏਗਾ ਸਟੇਟ ਯੂਨੀਵਰਸਿਟੀਆਂ ਦਾ, ਸੀਐਮ ਖੁਦ ਹੋਣਗੇ। ਨਾਲ ਹੀ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਵੀ ਇੱਕ ਖਾਸ ਕਾਨੂੰਨ ਲਿਆਂਦਾ। ਔਰ ਜਿਹੜਾ ਤੀਸਰਾ ਕਾਨੂੰਨ ਹੈ ਉਹ ਜਿਹੜਾ ਗੁਰਦੁਆਰਾ ਐਕਟ ਹੈ ਉਹਦੇ ਵਿੱਚ ਇੱਕ ਨਵੀਂ ਅਮੈਂਡਮੈਂਟ ਪਾ ਕੇ ਉਹਦੇ ਵਿੱਚੋਂ ਗੁਰਬਾਣੀ ਫ੍ਰੀ ਫॉर ਆਲ, ਇਹਦੇ ਤੋਂ ਤੁਸੀਂ ਬਹੁਤ ਚੰਗੀ ਤਰ੍ਹਾਂ ਵਾਕਿਫ ਹੈਗੇ ਆ ਸਰ, ਪਰ ਇਹਦਾ ਬਹੁਤ ਵਿਰੋਧ ਇੱਕ ਤਰ੍ਹਾਂ ਦੇ ਨਾਲ ਕੀਤਾ ਜਾ ਰਿਹਾ ਹੈਗਾ। ਵੈਸੇ ਇਸ ਸਮੇਂ ਤਾਂ ਧਿਆਨ ਸਾਰਾ ਆਡੀਅנס ਦਾ ਗੁਰਦੁਆਰਾ ਐਕਟ ਵਾਲੇ ਪਾਸੇ ਹੈਗਾ, ਬਾਕੀ ਦੇ 2 ਐਕਟ ਵੀ ਬਹੁਤ ਇੰਪੋਰਟੈਂਟ ਨੇ, ਉਧਰ ਨੂੰ ਹਜੇ ਤੱਕ ਧਿਆਨ ਨਹੀਂ ਗਿਆ। ਕਿਵੇਂ ਦੇਖਦੇ ਹੋ ਜੀ ਤੁਸੀਂ ਜਿਹੜਾ ਗੁਰਦੁਆਰਾ ਐਕਟ ਦੀ ਅਮੈਂਡਮੈਂਟ ਕੀਤੀ ਹੈਗੀ ਆ? ਜਿੱਦਾਂ ਦੇ ਜੋ ਬਿੱਲ ਲਿਆਂਦਾ ਗਿਆ, ਇੱਕ ਕੋਸ਼ਿਸ਼ ਕੀਤੀ ਹੈ ਤਾਂ ਇਹ ਗਿਮਕ ਹੈਗਾ, ਕਿਉਂਕਿ ਇਹਨੇ ਕਦੀ ਪਾਸ ਤਾਂ ਹੋਣਾ ਨਹੀਂਗਾ, ਨੋਰ ਡੂ ਇਟ ਵਿਲ ਹੈਵ ਐਨੀ ਇੰਪੈਕਟ। ਬਟ ਠੀਕ ਆ, ਜਿਹੜੀ ਚੀਫ ਮਿਨਿਸਟਰ ਭਗਵੰਤ ਮਾਨ ਨੇ ਐਫਰਟ ਕੀਤੀ, ਉਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਬਹੁਤ ਵੱਡੇ ਪੱਧਰ ਤੇ ਜੁੜੀਆਂ ਹੋਈਆਂ ਨੇ। ਇਹਨੇ ਪੋਜ਼ਿਟਿਵ ਮੈਨਰ ਵੀ ਹਾਂ ਇਹਨਾਂ ਨੇ ਕੋਈ ਗੱਲ ਤਾਂ ਕੀਤੀ, ਭਾਵੇਂ ਉਹਦੀਆਂ ਲੀਗਲ ਰੈਮੀਫਿਕੇਸ਼ਨਸ ਬੜੀਆਂ ਹੈਗੀਆਂ ਨੇ, ਜਿਨ੍ਹਾਂ ਬਾਰੇ ਬੜੇ ਸਵਾਲ ਉਠਾਰੇ ਹੋਏ। ਵਕੀਲ ਇੱਕ ਦਿੱਲੀ ਦਾ ਵੀ ਬਾਰ-ਬਾਰ ਉਠਾ ਰਿਹਾ ਇਸ ਬਾਰੇ ਕੁਐਸਚਨ ਕਿ ਇਹ ਲੀਗਲੀ ਬਹੁਤ ਵੱਡਾ ਆਪਣੇ ਤੇ ਹਮਲਾ ਹੈਗਾ। ਇੱਥੋਂ ਤੱਕ ਕਿ ਜਿਹੜੇ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ, ਉਹ ਤਾਂ ਇਹਨੂੰ ਐਂ ਦੱਸ ਰਹੇ ਕਿ ਜਿਵੇਂ ਇਹ ਦੁਬਾਰਾ ਸਾਡੇ ਤੇ ਆਰਮੀ ਦਾ ਅਟੈਕ ਹੋ ਗਿਆ ਹੁੰਦਾ, ਕਿਉਂਕਿ ਹੁਣ ਤੱਕ ਤਾਂ ਉਸ ਅਟੈਕ ਨੂੰ ਇਹ ਅੱਜ ਵੀ ਇਹ ਕਹਿੰਦੇ ਆ ਕਿ ਉਹ ਤਾਂ ਆਪਰੇਸ਼ਨ ਸੀਗਾ। ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਤੇ ਜਿਹੜੇ ਆਰਮੀ ਅਟੈਕਸ ਹੋਏ ਆ ਉਹ ਇੱਕ ਵਾਰ ਅਗੇਂਸਟ ਵਾਰ ਕ੍ਰਾਈਮ ਸੀਗੇ, ਨਾ ਕਿ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਪ੍ਰਚਲਿਤ ਕੀਤਾ ਜਾ ਰਿਹਾ। ਮੈਂ ਦੇਖਦਾ ਨਾਮੀ ਪੱਤਰਕਾਰ ਜਿਹੜੇ ਕਿ ਹੁਣ ਇੱਥੇ ਵੱਡੇ ਸੋਸ਼ਲ ਮੀਡੀਆ ਦੇ ਚੈਨਲਾਂ ਤੇ ਬਾਰ-ਬਾਰ ਆਉਂਦੇ, ਉਹਨਾਂ ਨੇ ਅਨੇਕਾਂ ਕਿਤਾਬਾਂ ਲਿਖੀਆਂ ਹੋਈਆਂ ਨੇ ਤੇ ਉਹ ਕਹਿੰਦੇ ਕਿ ਅਸੀਂ ਬੜੇ ਅਥੈਂਟੀਕੇਟਡ ਇਸ ਇਤਿਹਾਸ ਨਾਲ ਜੁੜੇ ਨੇ, ਤੇ ਪਰ ਜਦੋਂ ਉਹ ਬੋਲਦੇ ਆ ਉਹ ਵੀ ਆਪਰੇਸ਼ਨ ਉਹੀ ਟਰਮਨੋਲੋਜੀ ਯੂਜ਼ ਕਰਦੇ ਆ ਜੋ ਕਿ ਇੰਡੀਆ ਮੀਡੀਆ, ਇੰਡੀਆ ਗਵਰਨਮੈਂਟ ਜਾਂ ਹੋਰ ਉਹਨਾਂ ਦੇ ਪੱਖੀ ਜਿਹੜੇ ਅਦਾਰੇ ਨੇ। ਮੈਂ ਇਹ ਕੁਐਸਚਨ ਕਈ ਵਾਰੀ ਹੁਣ ਪਬਲਿਕਲੀ ਵੀ ਉਠਾ ਚੁੱਕਿਆ ਹੈ ਵੀ ਘੱਟੋ ਘੱਟ ਜਿਹੜੇ ਤੁਸੀਂ ਲਰਨਡ ਬੰਦੇ ਆ, ਤੁਸੀਂ ਤਾਂ ਕੋਈ ਟਰਮਨੋਲੋਜੀ 'ਚ ਆਪਣੀ ਤਬਦੀਲੀ ਲਿਆਓ। ਠੀਕ ਆ, ਜੋ ਭਗਵੰਤ ਮਾਨ ਚੀਫ ਮਿਨਿਸਟਰ ਨੇ ਉਹ ਸਟੈਪ ਚੱਕਣ ਦੀ ਕੋਸ਼ਿਸ਼ ਕੀਤੀ ਆ, ਉਹ ਮੁਕੰਮਲਤਾ ਵੱਲ ਤਾਂ ਆਈ ਡਾਊਟ ਕਿ ਕਦੀ ਜਾਊਗਾ, ਪਰ ਉਸ ਚੀਜ਼ ਦੇ ਮਗਰ ਇਹ ਵੀ ਦੇਖਣ ਜਿਹੜੇ ਕਹਿ ਲੀਗਲ ਰੈਮੀਫਿਕੇਸ਼ਨਸ ਉਠਾ ਰਹੇ ਨੇ ਕਿ ਇਹ ਚੀਜ਼ਾਂ ਜੇ ਨਾ ਕਰੋਗੇ ਤਾਂ ਉੱਥੇ ਜਿਹੜੀ ਤਬਦੀਲੀ ਹੈ, ਜਿਸ ਬਾਰੇ ਮੈਂ ਵੀ ਪਿਛਲੇ ਸਾਲ ਤੋਂ ਇਸ ਤੋਂ ਪਹਿਲੇ ਵੀ ਬਹੁਤ ਆਵਾਜ਼ ਉਠਾ ਰਿਹਾ ਕਿ ਸਾਡੀ ਆਪ ਦੀ ਸਿੱਖ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਕਿਉਂ ਨਹੀਂ ਬਣਾਈ ਜਾ ਰਹੀ, ਜੀ ਕਿਉਂ ਆਪਾਂ ਮੰਡੀਆਂ 'ਚ ਆਪਣੀਆਂ ਲਲਾਮੀਆਂ ਲਾ ਰਹੇ ਹਾਂ ਗੁਰਬਾਣੀ ਦਾ ਪ੍ਰਸਾਰਣ ਲਈ? ਕੀ ਸਿੱਖਾਂ ਦੀ ਇੰਨੀ ਸੋਚ ਕਮਜ਼ੋਰ ਹੋ ਗਈ ਐਸਜੀਪੀਸੀ ਵੱਲੋਂ ਕਿ ਸਾਨੂੰ ਮੰਡੀ ਲਵਾਉਣੀ ਪੈ ਰਹੀ ਹੈ, ਅਸੀਂ ਟੈਂਡਰ ਲੈਣੇ ਹੈਗੇ ਗੁਰਬਾਣੀ ਲਈ? ਇਹ ਕਿਸ ਤਰ੍ਹਾਂ ਜਸਟੀਫਾਈ ਕਰ ਦੇਣਗੇ ਗੱਲਾਂ ਨੂੰ? ਇਸੇ ਤਰ੍ਹਾਂ ਐਸਜੀਪੀਸੀ ਜਿਹੜੀ ਆ ਉਹ ਦਿਨ ਪਰ ਦਿਨ ਆਪਣੀਆਂ ਲੀਹਾਂ ਤੋਂ ਲੈ ਰਹੀ। ਕਿਉਂ ਲੈ ਰਹੀ ਆ? ਕਿਉਂਕਿ ਇਹਨਾਂ ਨੇ ਆਪਣਾ ਪੰਥ ਛੱਡ ਕੇ ਪਰਿਵਾਰ ਫੜ ਲਿਆ, ਪਰਿਵਾਰ ਦੇ ਪੈਰਾਂ 'ਚ ਪੈ ਗਏ। ਕਿ ਪੰਥ ਹੁਣ ਇੰਨਾ ਕਮਜ਼ੋਰ ਹੋ ਗਿਆ ਕਿ ਇੱਕ ਪਰਿਵਾਰ ਦੀ ਜਗੀਰ ਬਣ ਜੂਗਾ? ਕੁਐਸਚਨ ਤਾਂ ਆਹ ਹੈਗਾ। ਇਹ ਕੁਐਸਚਨ ਦਾ ਠੀਕ ਆ, ਭਗਵੰਤ ਮਾਨ ਦੀ ਸ਼ਬਦਾਵਲੀ ਦੇ ਵਿੱਚ ਚੀਫ ਮਿਨਿਸਟਰ ਦੀ ਉਹ ਥੋੜੀ ਰੂਡਨੈਸ ਸੀਗੀ ਜਦੋਂ ਉਹਨਾਂ ਨੇ ਅਪੀਅਰੈਂਸ ਬਾਰੇ ਗੱਲ ਉਠਾਈ ਆ। ਮੈਂ ਇਸ ਗੱਲ ਦਾ ਮੈਂ ਵੀ ਮਦਈ ਆ ਕਿ ਕੀ ਤੁਹਾਡੇ ਚਿਹਰੇ ਬਦਲਣ ਨਾਲ ਜਾਂ ਦਿੱਖਾਂ ਬਦਲਣ ਨਾਲ ਕੀ ਤੁਹਾਡੇ ਅਮਲ ਬਦਲ ਗਏ ਜਿਹੜੇ ਤੁਸੀਂ ਹੁਣ ਤੱਕ ਅਮਲ ਕੀਤੇ ਨੇ ਪੰਜਾਬ ਦੇ ਵਿੱਚ? ਤੁਹਾਡੇ ਰਾਜ ਦੇ ਵਿੱਚ ਸਾਡੀ ਗੁਰੂ ਗ੍ਰੰਥ ਸਾਹਿਬ ਦੀ, ਬਾਬਾ ਜੀ ਦੀਆਂ ਬੀੜਾਂ ਉੱਥੇ ਮਿੱਟੀਆਂ 'ਚ ਰੋਲ ਦਿੱਤੀ ਗਈਆਂ ਤੇ ਤੁਸੀਂ ਉਹ ਵਰਤਾਰੇ ਨੂੰ ਡਿਫੈਂਡ ਕਰਦੇ ਰਹੇ ਅੱਜ ਤੱਕ। ਉਹ ਬਾਬੇ ਨੂੰ ਤੁਸੀਂ ਪੂਜਦੇ ਰਹੇ। ਹੁਣ ਵੀ ਇੰਨੀ ਮੈਂ ਤਾਂ ਇਹ ਸਟੇਟ ਗਵਰਨਮੈਂਟ ਤੇ ਵੀ ਮਤਲਬ ਕਿ ਸਵਾਲ ਉਠਾਉਣਾ ਕਿ ਕੀ ਉਹ ਰੇਪਿਸਟ ਜਿਹੜਾ ਬਾਬਾ ਉਹ ਏਡਾ ਪਾਵਰਫੁਲ ਆ ਕਿ ਉਹਨੂੰ ਤੁਸੀਂ ਇਨਵੈਸਟੀਗੇਸ਼ਨ 'ਚ ਲਿਆ ਕੇ ਥਾਣਿਆਂ 'ਚ ਲਿਆ ਕੇ ਉਹਨੂੰ ਬੁਲਾ ਕੇ ਉਹਨੂੰ ਵਿੱਚ ਕਿਉਂ ਨਹੀਂ ਇਨਵੋਲਵ ਕਰ ਰਹੇ? ਇਨਵੈਸਟੀਗੇਟ ਕਿਉਂ ਨਹੀਂ ਹੋ ਰਿਹਾ ਬੰਦਾ? ਕੀ these persons are ਰੱਬ ਦਾ ਲਾਜ? ਆਸਾਰਾਮ ਵਰਗਾ ਕਚਹਿਰੀਆਂ 'ਚ ਘੜੀਸਿਆ ਜਾ ਸਕਦਾ ਤੇ ਇਹ ਬਾਬੇ ਨੂੰ ਕਿਹੜੇ ਹੋਰ ਫੰਗ ਲੱਗੇ ਹੋਏ? ਇਹ ਸ਼ੋਅ ਕਰਦਾ ਕਿ ਤੁਹਾਡੀ ਸਟੇਟ ਦੇ ਡਬਲ ਸਟੈਂਡਰਡਸ ਨੇ। ਇਹਦੇ ਵਿੱਚ ਭਗਵੰਤ ਮਾਨ ਜੀ ਦੀ ਜੋ ਮਨਸ਼ਾ ਹੈਗੀ ਆ ਕਿ ਸਭ ਲਈ ਗੁਰਬਾਣੀ ਫ੍ਰੀ ਹੋਵੇ, ਇਹਦੇ ਨਾਲ ਲੋਕ ਕਾਫੀ ਖੁਸ਼ ਨੇ ਸਰ, ਲੋਕਾਂ ਦਾ ਰਿਸਪੌਂਸ ਬਹੁਤ ਪੋਜ਼ਿਟਿਵ ਆਇਆ। ਪਰ ਅਗਰ ਆਪਾਂ ਸੰਵਿਧਾਨਿਕ ਪੱਖ ਤੋਂ ਗੱਲ ਕਰੀਏ ਤਾਂ ਇਹਦਾ ਕ੍ਰਿਟਿਸਿਜ਼ਮ ਵੀ ਹੈ ਕਿ ਇਸ ਢੰਗ ਦੇ ਨਾਲ ਇਹ ਬਿੱਲ ਨਹੀਂ ਲਿਆਉਣਾ ਚਾਹੀਦਾ, ਕਿਉਂਕਿ ਅਗਰ ਅੱਜ ਇਹ ਅਮੈਂਡਮੈਂਟ ਹੋ ਰਹੀ ਹੈ
ਤਾਂ ਕੱਲ ਨੂੰ ਕੋਈ ਹੋਰ ਤਰ੍ਹਾਂ ਦੀ ਅਮੈਂਡਮੈਂਟ ਵੀ ਆ ਸਕਦੀ ਹੈ, ਸਰਕਾਰ ਬਦਲਦੀ ਹੈ ਚਾਹੇ ਇਹੀ ਸਰਕਾਰ ਹੋਵੇ, ਤਾਂ ਉਹ ਫਿਰ ਆਪਾਂ ਨੂੰ ਔਖਾ ਹੋ ਜਾਏਗਾ। ਇਹ ਆਖਰੀ ਕਮੈਂਟ ਸਰ ਮੈਂ ਤੁਹਾਡਾ ਲੈਣਾ ਚਾਹਾਂਗੀ। ਨਹੀਂ, ਇਹ ਜਿਹੜੇ ਮਨਵੀਰ ਇਹ ਹਾਦਸੇ ਉਠਾ ਰਹੇ ਨਾ, ਪਹਿਲੇ ਮੈਂ ਆਪਣੀ ਜ਼ਿੰਦਗੀ ਦਾ ਮਾੜਾ ਦੱਸਾਂ। ਜ਼ਿੰਦਗੀ ਤੁझको जिया है कोई अफसोस नहीं, ਜ਼ਹਿਰ ਖੁਦ ਮੈਨੇ ਪੀਆ ਹੈ ਕੋਈ ਅਫਸੋਸ ਨਹੀਂ। ਅਸੀਂ ਉਹ ਪਲ ਦੇਖੇ ਨੇ, ਹੰਢਾਏ ਨੇ, ਤੇ ਉਹਨਾਂ ਦਾ ਸਾਨੂੰ ਕੋਈ ਅਫਸੋਸ ਨਹੀਂਗਾ। ਪਰ ਜਿਹੜੇ ਵਰਤਾਰੇ ਅਸੀਂ ਅੱਜ ਦੇਖਦੇ ਹਾਂ ਕਿ ਪਹਿਲੇ ਹੀ ਤਖੌਲੇ ਖੜੇ ਕਰ ਦਿੱਤੇ ਜਾਂਦੇ ਕਿ ਹੁਣ ਕੀ ਗੱਲ, ਐਸਜੀਪੀਸੀ ਕੋਈ ਇੰਡੀਪੈਂਡੈਂਟ ਬੋਡੀ ਹੈ? ਇਹ ਇੱਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਥੱਲੇ ਹੈਗੀ ਆ। ਤੁਸੀਂ ਗੱਲ ਕਿਉਂ ਨਹੀਂ ਪ੍ਰੈਕਟੀਕਲ ਗੱਲ ਕਰਦੇ? ਤੁਹਾਡਾ ਕੀ ਖਿਆਲ ਵੀ ਗੋਰਿਆਂ ਨੇ ਜੇ ਇਹ ਐਸਜੀਪੀਸੀ ਸੰਸਥਾ ਬਣ ਦਿੱਤੀ, ਉਹ ਇਹਨੂੰ ਖੁਦਮੁਖਤਿਆਰੀ ਦੇ ਕੇ ਗਏ? ਉਹਨਾਂ ਨੇ ਇਹਨੂੰ ਇੱਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਅਧੀਨ ਕਰਕੇ ਗਏ ਆ। ਹੀ ਹੈਜ਼ ਦਾ ਸੋਲ ਅਥਾਰਟੀ ਕਿ ਇਹਨਾਂ ਨੂੰ ਇੱਥੇ ਕੰਮ ਕਰਨ ਦੇਣਾ ਜਾਂ ਨਹੀਂ ਦੇਣਾ। ਇਹ ਪ੍ਰੈਕਟੀਕਲੀ ਦੱਸਣ ਨਾ, ਲੀਗਲੀ ਕੀ ਰੈਮੀਫਿਕੇਸ਼ਨਸ ਨੇ। ਇਹ ਜੇ ਸਟੇਟ ਦਾ ਚਾਹੇ ਜਦੋਂ ਮਰਜ਼ੀ ਕੋਈ ਕਾਨੂੰਨ ਲਿਆ ਕੇ ਇੱਥੇ ਲਿਆ ਸਕਦੀ ਹੈ। ਤੁਸੀਂ ਇਹ ਜਿਹੜੇ ਆਪਣੇ ਆਪ ਨੂੰ ਦਗਮਜੇ ਮਾਰਦੇ ਨੇ ਵੱਡੇ ਵੱਡੇ ਵਕੀਲ, ਇਹਨਾਂ ਨੂੰ ਪੁੱਛੋ ਵੀ 84 ਵਾਲੇ ਕਿੱਥੇ ਸੀ ਇਹ? ਜਦ ਕਿ ਮੇਰੇ ਕਾਲਜ ਦਾ, ਮੇਰੀ ਯੂਨੀਵਰਸਿਟੀ ਦਾ ਅਲੂਮਨਾਈ ਆ, ਉਹਨੂੰ ਮੈਂ ਕੋਰਟ 'ਚ ਪੁੱਛਿਆ ਸੀ, ਦਿੱਲੀ ਹਾਈ ਕੋਰਟ 'ਚ, ਵੀ ਜੇ ਤੂੰ ਇੰਨਾ ਅਲੂਮਨਾਈ ਆ, ਏਡੇ ਦਾਅਵੇ ਕਰਦੇ ਆ ਕਿ ਅਸੀਂ ਦਿੱਲੀ ਕਾਰ ਨੇ ਤਾਂ ਆਹ ਕਰਤਾ, ਆਹ ਇਨਸਾਫ ਲੈਤਾ, ਤੇ ਫਿਰ ਮੇਰੇ ਕੇਸ ਵੇਲੇ ਕਿੱਥੇ ਸੀ ਇਹ? ਇਹ ਤਾਂ ਪਛਾਣਦੇ ਨੇ। ਜਦ ਕਿ ਬਾਹਰ ਜਦੋਂ ਫੋਰਨ ਕੰਟਰੀਆਂ ਜਾਂਦੇ ਸੀ, ਉੱਥੇ ਜਾ ਕੇ ਲੋਕਾਂ ਨੂੰ ਦੱਸਦੇ ਸੀ ਜੀ ਅਸੀਂ ਤਾਂ ਜੀ ਕੁੱਕੀ ਲਈ ਆਹ ਕਰਤਾ, ਕੁੱਕੀ ਉਹ ਕਰਤਾ। ਇਹ ਬਾਈ ਚਾਂਸ ਮੈਨੂੰ ਦਿੱਲੀ ਹਾਈ ਕੋਰਟ ਦੇ ਚੈਂਬਰਸ 'ਚ ਮਿਲ ਗਿਆ, ਬਾਹਰ ਚੈਂਬਰਸ, ਤੇ ਮੇਰੇ ਨਾਲ ਮੇਰਾ ਵਕੀਲ ਵੀ ਖੜੇ ਸੀ। ਮੈਂ ਇਹਨੂੰ ਪੁੱਛ ਹੀ ਲਿਆ ਵੀ ਭਾਈ ਤੁਸੀਂ ਐ ਆਹ ਗੱਲਾਂ ਕਹਿੰਦੇ ਆ ਬਾਹਰ। ਆਈ ਵਾਜ਼ ਔਨ ਇੰਟਰਮ ਬੇਲ, ਮੈਂ ਤੁਹਾਨੂੰ ਇਹਨਾਂ ਦੀ ਲੋਕਾਂ ਦੀਆਂ ਸੱਚਾਈਆਂ ਦੱਸਦਾ। ਮਤਲਬ ਹੁਣ ਇਹ ਕਹਿੰਦੇ ਆ ਜੀ ਇਸ ਜੇ ਇਹ ਕਾਨੂੰਨ ਚੱਲ ਪਿਆ ਤਾਂ ਗਵਰਨਮੈਂਟ ਹੋਰ ਇੰਟਰਵੀਨ ਕਰ ਜੀ। ਪਹਿਲੇ ਕਿਹੜਾ ਐਸਜੀਪੀਸੀ ਇੰਡੀਪੈਂਡੈਂਟ ਬੋਡੀ ਹੈਗੀ? ਇਹ ਵੀ ਤਾਂ ਦੱਸ ਦੇਣ ਨਾ। ਉਹ ਇੱਕ ਪਰਿਵਾਰ ਦੀ, ਉਹ ਤਾਂ ਹੁਣ ਤਾਂ ਆਪਣਾ ਵੀ ਜੋ ਉਹਨਾਂ ਦਾ ਜਿੰਨਾ ਸੋਸ਼ਲ ਸਟੇਟਸ ਸੀ, ਉਹ ਵੀ ਹੁਣ ਇੱਕ ਇਹਨਾਂ ਦਾ ਫੈਮਿਲੀ ਸਟੇਟਸ ਬਣ ਚੁੱਕਿਆ। that is what we have achieved in all these years. ਸਰ ਇੱਕ ਗੱਲ ਜਿਹੜੀ ਇਹ ਵੀ ਨਾਲ ਆ ਰਹੀ ਹੈਗੀ ਹੈ, ਤਰਕ ਦਿੱਤਾ ਜਾ ਰਿਹਾ ਹੈ ਕਿ ਇਹਦੇ ਨਾਲੋਂ ਤਾਂ ਬਿਹਤਰ ਆਪਾਂ, ਆਪਣੇ ਕੋਲ ਮੌਕਾ ਸੀ ਪੰਜਾਬ ਸਰਕਾਰ ਕੋਲ ਕਿ ਆਪਣਾ ਹੀ ਪੰਜਾਬ ਦਾ ਗੁਰਦੁਆਰਾ ਸਿੱਖ ਜਿਹੜਾ ਮੈਨੇਜਮੈਂਟ ਐਕਟ ਹੈਗਾ ਆਪਣਾ ਹੀ ਪਾਸ ਕਰ ਲੈਣ ਸਾਰਾ। ਸਿਰਫ ਅਮੈਂਡਮੈਂਟ ਨਾ ਕੀਤੀ ਜਾਵੇ, ਆਪਣਾ ਹੀ ਨਵਾਂ ਐਕਟ ਲਿਆਂਦਾ ਜਾਵੇ ਔਰ 1925 ਵਾਲਾ ਜਿਹੜਾ ਫਿਰ ਉਹਨੂੰ ਇੱਕ ਤਰ੍ਹਾਂ ਨਾਲ ਫਿਰ ਪਿਛਾਂਹ ਰਹਿ ਜਾਏਗਾ। ਸਰ ਇਹਨੂੰ ਕਿਵੇਂ ਫਿਰ ਦੇਖਦੇ ਤੁਸੀਂ? ਆਪਾਂ ਤਾਂ ਹਰ ਇੱਕ ਸਿੱਖ ਦੀ ਇਹ ਹੈਗੀ ਆ ਖਾਹਿਸ਼ ਕਿ ਜਿਹੜੀ ਸਾਡੀ ਗੁਰਦੁਆਰਿਆਂ ਦੀ ਮੈਨੇਜਮੈਂਟ ਬੋਡੀ ਹੈਗੀ ਆ, ਉਹ ਕਿਸੇ ਵੀ ਪੋਲਿਟਿਕਸ ਦੇ ਅਧੀਨ ਨਾ ਹੋਵੇ। ਉਹਨਾਂ ਦਾ ਸੋਲ ਪਰਪਸ ਹੈਗਾ ਟੂ ਸਪਰੈਡ ਸਿੱਖਿਜ਼ਮ ਐਂਡ ਇਹਦੀ ਜਿਹੜੀ ਮੈਨੇਜਮੈਂਟ ਹੈ ਗੁਰਦੁਆਰਾ ਸਾਹਿਬਾਨ ਦੀ, ਉਹ ਪੂਰੀ ਸੂਝਵਾਨ ਨਾਲ ਚੱਲੇ, ਸਾਫ਼ ਸੁਥਰੇ ਢੰਗ ਨਾਲ ਚੱਲੇ। ਹੁਣ ਤਾਂ ਆਪਣੇ ਤਾਂ ਇਸ ਐਸਜੀਪੀਸੀ ਦੇ ਰਮਾਲਿਆਂ ਬਾਰੇ ਵੀ ਕੁਐਸਚਨ ਉੱਠੇ ਨੇ। ਕਿਹੜਾ ਆਸਪੈਕਟ ਆ ਜਿਹਦੇ ਤੇ ਕੁਐਸਚਨ ਨਹੀਂ ਉੱਠੇ ਮੈਨੇਜਮੈਂਟ ਤੇ? ਹੁਣ ਤਾਂ ਵੈਸੇ ਹੀ ਸਪਲਿਟ ਹੋ ਚੁੱਕੀ ਆ। ਹੁਣ ਤੁਸੀਂ ਜਥੇਦਾਰੀ ਦਾ ਸਵਾਲ ਆ, ਹੁਣ ਠੀਕ ਹੈ ਇਹਨਾਂ ਨੇ ਨਵਾਂ ਜਥੇਦਾਰ ਲਾਤਾ, ਪਰ ਜਥੇਦਾਰ ਦੀ ਐਕਸਪਲੇਨ ਵੀ ਕਰਨਾ ਵੀ ਉਹਦੀ ਅਥਾਰਟੀ ਕੀ ਆ। ਉਹ ਜਥੇਦਾਰ ਥੋੜਾ ਅਕਾਲ ਤਖਤ ਹੈਗਾ। ਅਕਾਲ ਤਖਤ ਇੱਕ ਸਾਡੇ ਲਈ ਸਿੰਬਲ ਸੀਗਾ ਸੋਵਰੈਂਟੀ ਦਾ, ਜੋ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਅਸਾਰਿਆ ਸੀ ਇਨ ਪੈਰਲਲ ਟੂ ਦਾ ਮੁਗਲ ਅੰਪਾਇਰ। ਹੁਣ ਦੱਸਣ ਵੀ ਇਹ ਅਕਾਲ ਤਖਤ ਜਿਹੜਾ ਇਹ ਦਿੱਲੀ ਅੰਪਾਇਰ ਦੇ ਬਰਾਬਰ ਖੜਾ ਕੀਤਾ। ਡਜ਼ ਇਟ ਹੈਵ ਦੈਟ ਕਾਈਂਡ ਆਫ ਅਥਾਰਟੀ? ਸਾਡੇ ਜਥੇਦਾਰ ਤਾਂ ਪੈਰਾਂ 'ਚ ਲਿਟਦੇ ਫਿਰਦੇ ਸੀ ਜਦੋਂ ਇੰਦਰਾ ਗਾਂਧੀ ਇੰਨਾ ਆਰਮੀ ਅਟੈਕ ਕਰਨ ਤੋਂ ਬਾਅਦ ਦਰਬਾਰ ਸਾਹਿਬ ਆਈ ਸੀ। ਉਹ ਵੀ ਤਾਂ ਇਹਨਾਂ ਦੇ ਭਾਈਵਾਲ ਸੀ ਨਾ। ਅੱਜ ਤੱਕ ਐਕਸਪਲੇਨ ਨਹੀਂ ਕਰ ਸਕੇ ਇਹ ਵੀ ਕੀ ਸਾਡੇ ਜਿਹੜੇ ਏਡੇ ਵੱਡੇ ਜਿਹਨਾਂ ਨੂੰ ਇਹ ਮੰਨਦੇ ਨੇ ਜਾਂ ਇਹ ਮਾਨਤਾ ਦਰਸਾਈ ਜਾ ਰਹੀ ਆ, ਪਰ ਉਹਦਾ ਅਪੁਆਇੰਟਿੰਗ ਅਥਾਰਟੀ ਕੌਣ ਆ? 12 ਮੈਂਬਰ ਐਗਜ਼ੈਕਟਿਵ ਕਮੇਟੀ ਦੇ। ਇਹਦਾ ਮਤਲਬ ਉਹ 12 ਮੈਂਬਰ ਜ਼ਿਆਦਾ ਵੱਡੇ ਆ ਉਹ ਸੀਟ ਨਾਲ, ਜਿਹਨੂੰ ਮਰਜ਼ੀ ਲਾ ਸਕਦੇ, ਜਿਹਨੂੰ ਮਰਜ਼ੀ ਉੱਥੇ ਬਿਠਾ ਸਕਦੇ। ਜੀ ਆਪਾਂ ਵੀ ਨੀਡ ਸੀਰੀਅਸ ਡਿਸਕਸ਼ਨ ਅਬਾਊਟ ਦਿਸ ਆਸਪੈਕਟ ਕਿ ਜਿਹੜਾ ਮੁੱਖ ਸੇਵਾਦਾਰ ਲੱਗਦਾ ਹੈਗਾ ਉਹਦੀ ਐਕਚੁਅਲ ਕੀ ਅਥਾਰਟੀ ਆ ਤੇ ਉਹਦਾ ਸਟੇਟਸ ਕੀ ਆ। ਜੀ ਨਿਯਮਾਵਲੀ ਹੋਣੀ। ਹਾਂ, ਡੋਂਟ ਕੰਪੇਅਰ ਇਟ ਵਿਦ ਦਾ ਅਕਾਲ ਤਖਤ ਦੀ ਜੋ ਉਹਦੀ ਅਥਾਰਟੀ ਆ ਤੇ ਉਹਦਾ ਸਿੰਬੋਲਿਕ ਜਿਹੜਾ ਉਹਦੇ ਚਿੰਨ੍ਹ ਦੀ ਜਿਹੜੀ ਪਛਾਣ ਤੇ ਉਹਦੀ ਸਿਗਨੀਫੀਕੈਂਸ ਆ, that has an entirely different meaning ਜਿੰਨਾ ਕੁ ਮੈਂ ਪੜ੍ਹਾਈ ਕੀਤੀ ਹੈਗੀ। ਭਗਵੰਤ ਮਾਨ ਜੀ ਇਕਲੌਤੇ ਐਸੇ ਚੀਫ ਮਿਨਿਸਟਰ ਨੇ ਸਰ ਨਵੀਂ
ਕਿ ਧਰਮਾਂ ਦੇ ਵਿੱਚ, ਧਰਮਾਂ ਦੇ ਖੇਤਰ ਦੇ ਵਿੱਚ ਕੋਈ ਵੀ ਰੌਲਾ ਅੱਜ ਤੱਕ ਸਾਡੇ ਸਾਹਮਣੇ ਨਹੀਂ ਹੈਗਾ। ਜੋ ਆਪਾਂ ਅਕਾਲੀ ਦਲ ਨੂੰ ਦੇਖਦੇ ਆ ਤੇ ਜਾਂ ਕਾਂਗਰਸ ਨੂੰ ਦੇਖਦੇ ਆ ਤਾਂ ਬਹੁਤ ਵੱਡੇ ਹਸਤਕਸ਼ੇਪ ਇਹਨਾਂ ਨੇ ਕੀਤੇ ਆ, ਕਈ ਕੌਮਾਂ ਦੇ ਨੁਕਸਾਨ ਕਰਵਾਏ ਨੇ, ਕਈ ਧਾਰਮਿਕ ਕਮਿਊਨਿਟੀਜ਼ ਨੂੰ ਬਹੁਤ ਮੇਜਰ ਜ਼ਖਮ ਦਿੱਤੇ ਨੇ। ਸੋ ਭਗਵੰਤ ਮਾਨ ਜੀ ਨੂੰ ਜਦੋਂ ਉਹ ਇਹਦੇ ਵਿੱਚ ਧਾਰਮਿਕ ਮਸਲਿਆਂ ਦੇ ਵਿੱਚ ਆਪਣੀ ਗੱਲ ਨੂੰ ਲੈ ਕੇ ਆ ਰਹੇ ਨੇ, ਉਹਨਾਂ ਨੂੰ ਸੁਲਝਾਉਣ ਦੇ ਨਾਮ ਦੇ ਨਾਲ ਕਿ ਉਹ ਇਹਨਾਂ ਨੂੰ ਸੁਲਝਾਉਣਗੇ ਔਰ ਸਭ ਕੁਝ ਸੌਰਟ ਆਊਟ ਕਰਦੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਧਿਆਨ ਦੇ ਨਾਲ ਚੱਲਣ ਦੀ ਜ਼ਰੂਰਤ ਹੈ ਉਹਨਾਂ ਨੂੰ? ਸਲਮਾਨ ਰਸ਼ਦੀ ਹੋਇਆ, ਉਹਨੇ ਵੀ ਇਸ ਰਿਲੀਜਨ ਕਰਕੇ, ਆਪਣੇ ਧਰਮ ਬਾਰੇ ਲਿਖਣ ਕਰਕੇ ਬਹੁਤ ਵੰਗਾਰਾਂ ਝੱਲੀਆਂ ਨੇ। ਹੁਣ ਵੀ ਪਿੱਛੇ ਥੋੜੇ ਮਹੀਨੇ ਪਹਿਲੇ ਉੱਤੇ ਦੁਬਾਰਾ ਡੈਡਲੀ ਅਟੈਕ ਹੋਇਆ, ਜਿਹਦੇ ਕਰਕੇ ਉਹਦੀ ਇੱਕ ਅੱਖ ਚਲੀ ਗਈ ਹੈਗੀ, ਪਰ ਉਹ ਫਿਰ ਵੀ ਦਲੇਰੀ ਨਾਲ ਲਿਖਦਾ ਆਇਆ। ਉਹਨੇ ਇਹ ਕੋਟ ਕੀਤਾ ਸੀ ਇਨ ਵਨ ਆਫ ਹਿਸ ਮਤਲਬ ਕਿ ਅਸਾਈਨਮੈਂਟ ਤੇ, ਕਿਤੇ ਉਹ ਬੋਲਣ ਗਿਆ ਸੀ ਕਿ ਰਿਲੀਜਨ ਇਜ਼ ਦਾ ਪੋਇਜ਼ਨ in the blood. Religion is a poison in the blood and speaking fashionably, language of respect. मतलब कि ये religion ਜਿਹੜਾ ਜਿਸ ਤਰ੍ਹਾਂ ਦਿਖਾਈ ਦਿੰਦਾ ਹੈ, ਬੜੀ ਇਹਨੂੰ ਥੋੜਾ ਡੰਗਾਈ 'ਚ ਦੇਖਣਾ ਚਾਹੀਦਾ। ਇਹਨਾਂ ਇਸ਼ੂਜ਼ ਨੂੰ ਕੋਈ ਵੀ ਕਿਸ ਤਰ੍ਹਾਂ ਵੀ ਇਹਨੂੰ ਪੋਇਜ਼ਨਸ ਵੀ ਬਣਾ ਸਕਦਾ ਹੈਗਾ, ਇਹਨੂੰ ਐਜ਼ ਅ ਸਿੰਬਲ ਆਫ ਰਿਸਪੈਕਟ ਵੀ ਬਣਾ ਸਕਦਾ ਹੈ। ਸੋ ਦਿਸ ਨੀਡਸ ਟੂ ਬੀ ਟ੍ਰੈਡਡ ਵਿਦ ਵੈਰੀ ਕੇਅਰਫੁਲੀ ਐਂਡ ਵਿਦ ਫੁੱਲ ਆਫ ਸੈਂਸ। ਐ ਨਹੀਂ ਗਾ ਕਿ ਇਹਦੇ ਆਲੇ ਦੁਆਲੇ ਕੋਈ ਲੂਜ਼ ਟਾਕ ਹੋ ਜਾਏ, ਕਿਉਂਕਿ ਇੰਡੀਆ ਦੇ ਵਿੱਚ ਐਵਰੀ ਪਰਸਨ ਕੈਰੀਜ਼ ਦਾ ਬਰਡਨਸ ਆਫ ਹਿਸ ਲਾਈਫ ਥਰੂ ਦਾ ਰਿਲੀਜਨ। ਇੱਥੇ ਇੰਨਾ ਜ਼ਿਆਦਾ ਆਪਾਂ ਦੇਖਦੇ ਹਾਂ ਕਿ ਇੱਥੇ ਇੰਨਾ ਜ਼ਿਆਦਾ ਪ੍ਰਭਾਵ ਹੈਗਾ, ਕਿਉਂਕਿ ਜਿੱਥੇ ਜਿੱਥੇ ਰਿਲੀਜਨ ਦਾ ਦਬਾਅ ਘਟਿਆ, ਜਿਸ ਤਰ੍ਹਾਂ ਕਿ ਯੂਰਪ ਦੇ ਵਿੱਚ ਹੈਗਾ, ਉੱਥੇ ਜਿਹੜੀ ਕਮਿਊਨਿਟੀਜ਼ ਦੇ ਵਿੱਚ ਆ, ਨੇਸ਼ਨਸ ਦੇ ਵਿੱਚ ਇੱਕ ਸਟੇਬਿਲਿਟੀ ਆਈ ਹੈਗੀ। ਜਿੱਥੇ ਜ਼ਿਆਦਾ ਅਨਸਟੇਬਿਲਿਟੀ ਹੈ, ਉੱਥੇ ਸਾਰਿਆਂ ਨਾਲੋਂ ਜ਼ਿਆਦਾ ਤੁਸੀਂ ਇਰਾਨ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਆ, ਜਿਹੜੀ ਕਿ ਰੀਸੈਂਟ ਐਗਜ਼ਾਮਪਲ ਹੈਗੀ ਹੈ। ਥੈਂਕ ਯੂ।